ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਦੇਸ਼ ਦੀ ਪਾਰਲੀਮੈਂਟ ਚੱਲ ਨਹੀਂ ਰਹੀ। ਜਿਹੜੇ ਮੁੱਦਿਆਂ ਉੱਤੇ ਪੂਰਾ ਦੇਸ਼ ਦਾ ਸਾਰਾ ਮੀਡੀਆ ਹਰ ਰੋਜ਼ ਚਰਚਾ ਕਰ ਰਿਹਾ ਹੈ, ਸਰਕਾਰ ਉਹਨਾਂ ਮੁੱਦਿਆਂ ਉੱਤੇ ਪਾਰਲੀਮੈਂਟ ਵਿੱਚ ਚਰਚਾ ਲਈ ਤਿਆਰ ਨਹੀਂ। ਵਿਰੋਧੀ ਧਿਰ ਦੇ ਵੱਡੇ ਨੇਤਾ ਨੇ ਮੋਦੀ ਸਰਕਾਰ ਉੱਤੇ ਹੀ ਨਹੀਂ ਸਗੋਂ ਚੋਣ ਕਮਿਸ਼ਨ ਦੇ ਉੱਤੇ ਹਮਲਾ ਬੋਲ ਦਿੱਤਾ। ਦੋਹਾਂ ਨੂੰ ਵੋਟ ਚੋਰ ਦੱਸਿਆ। ਸਰਕਾਰ ਵੀ ਵੋਟਾਂ ਚੋਰੀ ਕਰ ਰਹੀ ਹੈ ਤੇ ਇਲੈਕਸ਼ਨ ਕਮਿਸ਼ਨ ਉਸ ਵੋਟ ਚੋਰੀ ਵਿੱਚ ਹਿੱਸਾ ਪਾ ਰਿਹਾ। देश ਦੀਆਂ 25 ਵਿਰੋਧੀ ਪਾਰਟੀਆਂ ਨੇ ਇਸ ਮੁੱਦੇ ਉੱਤੇ ਮੁਹਾਜ਼ ਖੋਲ੍ਹ ਦਿੱਤਾ ਤੇ ਕਿਹਾ ਕਿ ਸਰਕਾਰ ਇਲੈਕਸ਼ਨਾਂ ਚੋਰੀ ਕਰ ਰਹੀ ਹੈ। ਜੋ ਹਾਲ ਦੇਸ਼ ਦੀਆਂ ਅਦਾਲਤਾਂ ਦਾ ਹੈ ਉਹਦੇ ਬਾਰੇ ਕੀ ਕਹੀਏ। ਇੱਕ ਮੁਬੈਨਾ ਤੌਰ ਉੱਤੇ ਕਰਪਟ ਜੱਜ ਵਿਰੁੱਧ ਐਕਸ਼ਨ ਲੈਣ ਦੇ ਮੁੱਦੇ ਉੱਤੇ ਤਾਂ ਦੇਸ਼ ਦਾ ਉਪ ਰਾਸ਼ਟਰਪਤੀ ਹੀ ਅਸਤੀਫਾ ਦੇ ਕੇ ਘਰ ਤੁਰ ਗਿਆ। ਮਤਲਬ ਕੱਢਣਾ ਹੀ ਸੀ ਜਸਟਿਸ ਵਰਮਾ ਨੂੰ। ਇਹਦੇ ਬਾਰੇ ਰਾਜ ਸਭਾ 'ਚ ਮਤਾ ਆਏਗਾ ਕਿ ਲੋਕ ਸਭਾ ਵਿੱਚ ਆਏਗਾ, ਇੰਨੇ ਤਾਂ ਸਾਡਾ ਉਪ ਰਾਸ਼ਟਰਪਤੀ ਰੁੜ ਗਿਆ। ਚੀਨ ਸਾਡੇ ਮੁਲਕ ਦੇ ਅੰਦਰ ਵਾੜਾ ਆ ਪਰ ਪਾਰਲੀਮੈਂਟ ਵਿੱਚ ਚਰਚਾ ਨਹੀਂ ਹੋ ਸਕਦੀ। ਹੁਣ ਤਾਂ ਸਰਵਉੱਚ ਅਦਾਲਤ ਨੇ ਰਾਹੁਲ ਗਾਂਧੀ ਨੂੰ ਕਿਹਾ ਹੈ, ਸਾਡੇ ਲੀਡਰ ਆਫ ਦਾ ਆਪੋਜੀਸ਼ਨ ਨੂੰ, ਕਿ ਜੇ ਉਹ ਸੱਚੀ ਮੁੱਚੀ ਦੇਸ਼ ਭਗਤ ਹੁੰਦਾ ਨਾ ਤਾਂ ਸਰਕਾਰ ਨੂੰ ਚੀਨ ਦੇ ਭਾਰਤ ਅੰਦਰ ਵਾੜ ਆਉਣ ਬਾਰੇ ਸਵਾਲ ਨਾ ਪੁੱਛਦਾ। ਇੱਕ ਹਾਈ ਕੋਰਟ ਨੇ ਸਾਨੂੰ ਦੱਸਿਆ, ਬੰਬਈ ਦੀ ਹਾਈ ਕੋਰਟ ਨੇ, ਕਿ ਗਾਜ਼ਾ ਵਿੱਚ ਭੁੱਖ ਨਾਲ ਤੇ ਇਜ਼ਰਾਈਲੀ ਗੋਲੀਆਂ ਬੰਬਾਂ ਨਾਲ ਮਰ ਰਹੇ ਹਜ਼ਾਰਾਂ ਬੱਚਿਆਂ ਬਾਰੇ ਮਾਤਮ ਕਰਨ ਦੀ ਥਾਂ ਸਾਨੂੰ ਆਪਣੇ ਦੇਸ਼ ਵਿੱਚ ਕੂੜੇ ਦੇ ਢੇਰਾਂ ਬਾਰੇ ਤੇ ਸੀਵਰੇਜ ਬਾਰੇ ਗੱਲ ਕਰਨੀ ਚਾਹੀਦੀ ਹੈ। ਇਹ ਸਾਰੇ ਬਿਆਨੀਏ ਕੌਣ ਹਿੰਦੁਸਤਾਨੀ ਹੈ, ਕੌਣ ਦੇਸ਼ ਭਗਤ ਹੈ, ਕਿਹੜਾ ਸਵਾਲ ਪੁੱਛਣਾ ਦੇਸ਼ ਭਗਤੀ ਹੁੰਦਾ ਹੈ ਤੇ ਕਿਹੜਾ ਸਵਾਲ ਪੁੱਛਣਾ ਦੇਸ਼ ਭਗਤੀ ਨਹੀਂ ਹੁੰਦਾ, ਇਹ ਸਾਰਾ ਗਿਆਨ ਸਾਨੂੰ ਉੱਚ ਅਦਲੀਆ ਤੋਂ ਆ ਰਿਹਾ, ਸੁਪਰੀਮ ਕੋਰਟ ਤੋਂ, ਹਾਈ ਕੋਰਟਾਂ ਤੋਂ। ਦੇਸ਼ ਸੰਵਿਧਾਨ ਅਨੁਸਾਰ ਚੱਲਣਾ ਚਾਹੀਦਾ ਹੈ, ਪਰ ਹੁਣ ਉਹ ਤਾਕਤਾਂ ਸਿਰ ਚੜ੍ਹ ਕੇ ਬੋਲ ਰਹੀਆਂ ਹਨ ਜਿਹੜੀਆਂ ਕਹਿੰਦੀਆਂ ਹਨ ਕਿ ਸੰਵਿਧਾਨ ਵਿੱਚੋਂ ਸੋਸ਼ਲਿਸਟ ਤੇ ਸੈਕੂਲਰ ਸ਼ਬਦ ਕੱਢ ਦੇਣੇ ਚਾਹੀਦੇ ਹਨ। ਕੁਝ ਵਿਰੋਧੀ ਨੇਤਾ ਅੱਜ ਕੱਲ੍ਹ ਸੰਵਿਧਾਨ ਦੀ ਇਹ ਕਾਪੀ ਹੱਥ ਵਿੱਚ ਚੁੱਕੀ ਇਹਦੇ ਨਵੇਂ ਘੁਲਾਟੀਏ ਬਣੇ ਫਿਰਦੇ ਹਨ। ਉਹਨਾਂ ਨੇ ਹਾਲੇ ਆਪ ਬਹੁਤ ਸਾਰੇ ਸਵਾਲਾਂ ਦਾ ਜਵਾਬ ਦੇਣਾ ਹੈ ਕਿ ਇਹ ਸੰਵਿਧਾਨ ਦੇ ਉੱਤੇ ਹੀ ਇੰਨੇ ਸਾਰੇ ਸਵਾਲ ਹਨ। ਇੱਕ ਲੜਾਈ ਤਾਂ ਹੈ ਸੰਵਿਧਾਨ ਨੂੰ ਬਚਾਉਣ ਦੀ, ਤੇ ਫਿਰ ਜੋ ਕੁਝ ਇਸ ਸੰਵਿਧਾਨ ਨੇ ਲੋਕਾਂ ਨਾਲ ਕੀਤਾ ਉਹਦੇ ਬਾਰੇ ਗੱਲ ਕਰਨ ਦੀ ਜਗ੍ਹਾ ਕਿੱਥੇ ਹੈ। ਵੈਸੇ ਵੀ ਦੇਸ਼ ਇੰਨਾ ਜ਼ਹਿਰ ਆਲੂਦਾ ਹੋ ਚੁੱਕਿਆ, ਪਾਕਿਸਤਾਨ ਨਾਲ ਜੰਗ ਲੱਗ ਜਾਵੇ ਜਾਂ ਦੇਸ਼ ਵਿੱਚ ਕੋਈ ਦਿਨ ਤਿਉਹਾਰ ਆ ਜਾਵੇ, ਕੁੰਭ ਦਾ ਮੇਲਾ ਹੋਵੇ, ਈਦ ਦਾ ਮੁਬਾਰਕ ਰੋਜ਼ ਹੋਵੇ, ਜਾਂ ਹੋਵੇ ਕੋਈ ਪਵਿੱਤਰ ਕਾਵੜ ਯਾਤਰਾ, ਫਿਰਕੂ ਨਫ਼ਰਤ ਦਾ ਬਾਜ਼ਾਰ ਗਰਮ ਹੋ ਜਾਂਦਾ। ਇਹ ਸਾਰੇ ਮੁੱਦੇ ਇਹ ਦੇਸ਼ ਦੇ ਵਿੱਚ ਡੈਮੋਕ੍ਰੇਸੀ ਦੇ ਡਿਬੇਟ ਹਨ। ਇਹ ਵਰਾ ਤੇ ਸਾਰੀਆਂ ਸਿਆਸੀ ਜਿਹੜੀਆਂ ਧਿਰਾਂ ਨੇ, ਸਾਡੇ ਦੇਸ਼ ਦੀਆਂ ਰਾਜਨੀਤਿਕ ਧਿਰਾਂ ਨੇ, ਇਹਨਾਂ ਨੇ ਦੇਸ਼ ਦੇ ਸੰਵਿਧਾਨ ਬਾਰੇ, ਡੈਮੋਕ੍ਰੇਸੀ ਬਾਰੇ, ਇਹਨੂੰ ਦਰਪੇਸ਼ ਚੁਣੌਤੀਆਂ ਬਾਰੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਹਨ। ਖਾਸ ਹੈ ਨਾ ਇਹ 2025 ਦਾ ਵਰਾ, ਭਾਰਤ ਵਿੱਚ ਕਮਿਊਨਿਸਟ ਪਾਰਟੀ ਦੇ 100 ਸਾਲ ਪੂਰੇ ਹੋ ਰਹੇ ਹਨ ਇਸ ਵਰੇ, ਅਤੇ ਜਿਹੜੀ ਹਾਕਮ ਜਮਾਤ ਹੈ ਉਹਨਾਂ ਦਾ ਜਿਹੜਾ ਪਵਿੱਤਰ ਸਥਾਨ ਹੈ ਸ੍ਰੀ ਨਾਗਪੁਰ ਸਾਹਿਬ ਵਿਖੇ RSS ਦੀ ਸਥਾਪਨਾ ਦੇ 100 ਸਾਲ ਵੀ ਇਸ ਸਾਲ ਹੀ ਪੂਰੇ ਹੋ ਰਹੇ ਹਨ। ਇਹਨਾਂ ਦੋ ਆਪਸ ਵਿੱਚ ਟਕਰਾਉਂਦੇ ਨਜ਼ਰੀਆਂ ਵਿਚਕਾਰ ਅੱਜ ਦੇਸ਼ ਕਿੱਥੇ ਖੜਾ ਹੈ ਤੇ ਡੈਮੋਕ੍ਰੇਸੀ ਦਾ ਕੱਲ੍ਹ ਕਿਹੋ ਜਿਹਾ ਦਿਖਾਈ ਦਿੰਦਾ, ਇਸ ਬਾਰੇ ਗੱਲ ਕਰਨ ਲਈ ਅੱਜ ਸਾਡੇ ਨਾਲ ਪ੍ਰੋਫੈਸਰ ਅਪੂਰਵਾਨੰਦ ਜੀ ਜੁੜ ਰਹੇ ਹਨ। ਪ੍ਰੋਫੈਸਰ ਅਪੂਰਵਾਨੰਦ ਜੀ ਇਸ ਦੇਸ਼ ਦੇ ਵਿੱਚ ਉਹਨਾਂ ਧਿਰਾਂ ਨੂੰ ਵੀ ਸਵਾਲ ਪੁੱਛਦੇ ਹਨ ਜਿਹੜੀਆਂ ਸਰਕਾਰ ਨੂੰ ਸਵਾਲ ਪੁੱਛਦੀਆਂ ਹਨ, ਅਤੇ ਸਰਕਾਰ ਨੂੰ, ਹਾਕਮਾਂ ਨੂੰ ਵੀ ਸਵਾਲ ਪੁੱਛਦੇ ਹਨ ਇਸ ਜ਼ਾਵੀਏ ਤੋਂ ਕਿ ਇਸ ਆਜ਼ਾਦ ਦੇਸ਼ ਦੀ ਪਰਿਕਲਪਨਾ ਕੀ ਸੀ, ਅਸੀਂ ਕੀ ਸੋਚ ਕੇ ਇੰਨੀ ਵੱਡੀ ਫਰੀਡਮ ਸਟਰਗਲ ਲੜੀ ਸੀ, ਤੇ ਜਿਹੜੀ ਭਾਰਤ ਦੀ ਆਪਣੀ ਆਤਮਾ ਹੈ, ਜਿਹੜਾ ਖਾਸਾ ਹੈ, ਖਸਲਤ ਹੈ, ਤੇ ਫਿਰ ਦੇਸ਼ ਦੇ ਵਿੱਚ ਵੱਖ-ਵੱਖ ਕੌਮਾਂ ਦੀ ਜਿਹੜੀ ਖਸਲਤ ਹੈ, ਉਸ ਨਾਲ ਸਾਡੀ ਰਾਜਨੀਤੀ ਕਿਵੇਂ ਇੰਟਰਸੈਕਟ ਕਰਦੀ ਹੈ, ਕਿਵੇਂ ਖਹਿੰਦੀ ਹੈ, ਤੇ ਅੱਜ ਦੇਸ਼ ਜਿਨ੍ਹਾਂ ਹਾਲਾਤਾਂ ਵਿੱਚ ਦਿਖਾਈ ਦਿੰਦਾ ਹੈ। ਵਾਟ ਇਜ਼ ਦਾ ਵੇ ਆਊਟ? ਪ੍ਰੋਫੈਸਰ ਅਪੂਰਵਾਨੰਦ ਜੀ, ਸੋ ਮੈਨੀ ਕੁਐਸਚਨਸ ਅਬਾਊਟ ਦਾ ਕੌਨਸਟੀਟਿਊਸ਼ਨ। ਪਹਿਲਾਂ ਤਾਂ ਇਸ ਸੰਵਿਧਾਨ ਦੇ ਉੱਤੇ ਹੀ ਬਹੁਤ ਸਵਾਲ ਸੀ। ਪੰਜਾਬ ਤਾਂ ਇਸ ਸੰਵਿਧਾਨ ਦੇ ਉੱਤੇ ਸਵਾਲ ਚੁੱਕ ਕੇ ਬੜੇ ਦਰਦ ਭਰੇ ਕਾਲੇ ਦਿਨਾਂ ਦੇ ਵਿੱਚੋਂ ਲੰਘਿਆ ਵੀ ਹੈ, ਅਤੇ ਫਿਰ ਜਿੰਨਾ ਕੁ ਬਚਿਆ ਖੁਚਿਆ ਇੱਕ ਸੁਪਨਾ ਸੀ, ਜੈਸਾ ਕੈਸਾ ਵੀ ਹੈ ਅਬ ਯਹੀ ਹੈ, ਇਹਨੂੰ ਬਚਾਉਣ ਲਈ ਵੀ ਇੰਨੀ ਜ਼ਬਰਦਸਤ ਲੜਾਈ ਹੋ ਰਹੀ ਹੈ। ਅਤੇ ਮੈਨੂੰ ਪਤਾ ਹੈ ਕਿ ਤੁਹਾਨੂੰ ਤਾਂ ਵੱਖ-ਵੱਖ ਜਿਹੜੀਆਂ ਲਿਬਰਲ ਧਿਰਾਂ ਨੇ ਉਹ ਮਦੂ ਕਰ ਰਹੀਆਂ ਨੇ ਇਹਦੇ ਬਾਰੇ ਬੋਲਣ ਲਈ। ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਜਿਹੜਾ 100 ਸਾਲ ਮਨਾਏ ਜਾ ਰਹੇ ਨੇ ਉਸ ਸੰਬੰਧ ਵਿੱਚ ਵੀ ਤੁਸੀਂ ਜਿਹੜੇ ਸੈਮੀਨਾਰ 'ਤੇ ਬੋਲੇ ਉਹਦੇ ਵਿੱਚ ਵੀ ਸਵਾਲ ਇਹ ਹੈ ਕਿ ਭਾਰਤ ਦਾ ਸੰਵਿਧਾਨ ਅਤੇ ਜਮਹੂਰੀਅਤ ਅਤੇ ਇਸ ਨੂੰ ਦਰਪੇਸ਼ ਚੁਣੌਤੀਆਂ। ਵਾਟ ਆਈ ਵਾਂਟ ਟੂ ਆਸਕ ਯੂ, ਸਭ ਤੋਂ ਜ਼ਿਆਦਾ ਕੀ ਇੰਪੋਰਟੈਂਟ ਹੈ ਅੱਜ ਦੀ ਤਰੀਕ ਦੇ ਵਿੱਚ ਕਿ
ਸਾਨੂੰ ਦਰਅਸਲ ਇਸ ਸਾਰੇ ਸੰਵਿਧਾਨ ਨੂੰ ਬਾਰੇ ਮੁੜ ਤੋਂ ਸੋਚਣਾ ਚਾਹੀਦਾ ਹੈ, ਇਹਨੂੰ ਰੀਇਮੈਜਿਨ ਕਰਨਾ ਚਾਹੀਦਾ ਹੈ, ਇੱਕ ਵਾਰੀ ਵਾਪਸ ਰੀਵਿਜ਼ਿਟ ਕਰਨਾ ਚਾਹੀਦਾ ਕਿ ਕਿੰਨਾ ਸਮਿਆਂ ਵਿੱਚ ਇਹ ਸੰਵਿਧਾਨ ਬਣਿਆ ਸੀ, ਕਿ ਇਸ ਸੰਵਿਧਾਨ ਨੂੰ ਬਚਾਉਣ ਲਈ ਜਿਹੜੀ ਲੜਾਈ ਹੋ ਰਹੀ ਹੈ ਪਹਿਲਾਂ ਉਹਦੇ ਵਿੱਚ ਡਟ ਜਾਣਾ ਚਾਹੀਦਾ ਹੈ। ਇੱਕ ਵਾਰੀ ਚੀਜ਼ਾਂ ਨਾਰਮਲਾਈਜ਼ ਹੋ ਜਾਣ, ਜਿਹਦਾ ਮਤਲਬ ਹੁੰਦਾ ਰਫਲੀ ਟਰਾਂਸਲੇਟਡ ਸੌਖੀ ਅਤੇ ਸਸਤੀ ਲੈਂਗੁਏਜ ਵਿੱਚ ਕਿ ਅਸੀਂ ਪ੍ਰੀ 2014 ਵਾਲੇ ਮੁਕਾਮ ਤੱਕ ਘੱਟੋ ਘੱਟ ਪਹੁੰਚ ਜਾਈਏ, ਫਿਰ ਅਸੀਂ ਸੰਵਿਧਾਨ ਬਾਰੇ ਦੁਬਾਰਾ ਵੀ ਵਿਚਾਰ ਕਰ ਸਕਦੇ ਹਾਂ। ਡਜ਼ ਇੰਡੀਆ ਨੀਡ ਅ ਨਿਊ ਕॉन्स्टिट्यूशन कि ਸਾਨੂੰ दरअसल नवा संविधान चाहिए? नए संविधान की बात अलग अलग ढंग से अलग अलग लोग करते रहे हैं। आपने भारतीय कम्युनिस्ट पार्टी का नाम लिया, तो एक हिस्सा है सोचने वाला जो यह मानता है कि संविधान को एक दूसरे ढंग से रचा जा सकता है उन लोगों की निगाह से जो मेहनत कश हैं। लेकिन एक दूसरा हिस्सा है जो ज़्यादा ताकतवर है, आपने उसका नाम लिया, जिसका हेडक्वार्टर नागपुर में है और जो संविधान को एक दूसरी शक्ल में ढालना चाहता है, और वह है भारत हिंदू राष्ट्र बन जाए। और अभी हमें ये दिख रहा है कि पिछले 11 साल से ये जो दूसरा हिस्सा है राष्ट्रीय स्वयंसेवक संघ का, वो भारत पर हावी हो गया है और भारत के राज्य या जितनी संवैधानिक संस्थाएं हैं उन सब पर एक तरह से उसका कब्ज़ा है, या उन्होंने अपने आप को सुपुर्द कर दिया उसके। और अब भारत हर व्यावहारिक अर्थ में एक हिंदू राष्ट्र में तब्दील हो चुका है। तो फिर इस वक्त तो सबसे बड़ा संघर्ष यह है कि आप भारत को हिंदू राष्ट्र से वापस धर्मनिरपेक्ष राष्ट्र की तरफ ले जाएं। उसके बाद आगे बहस हो सकती है, क्योंकि यह एक तरह का फैसिस्ट कब्ज़ा है भारत पर। तो जब फैसिस्ट कब्ज़ा दरपेश हो तो उससे मुकाबला कैसे होगा? उसमें आपको मामूली जमहूरियत, जो पहले जमहूरी हक़ हैं, उनको बहाल करने की लड़ाई होगी। यानी हिंदुस्तान का हर फर्द वोट दे सके, उसके वोट की कीमत हो और उसका वोट चोरी ना जा सके, उसके वोट के साथ कोई धोखाधड़ी ना हो सके। अब ये सबसे बुनियादी चीज़ है, उस पर आफत है। मतलब हम संविधान से भी वोट पर आगे रहे हैं। बिल्कुल, क्योंकि आखिरकार हिंदुस्तान में अगर आप बाकी चीज़ों को छोड़ दें, जैसे हम ये कह सकते हैं कि क्या आपको काम का अधिकार मिल सकता है? आपको काम का अधिकार नहीं है। आप सरकार के पास ये कहने के लिए नहीं जा सकते कि भाई मुझे काम का अधिकार है, आप दें। वो आपको सरकार नहीं देगी। तो एक ही अधिकार हमारे पास है, वो वोट देने का अधिकार है, जो इस मुल्क के हर व्यक्ति को जिसका वादा किया गया है। अब उसके बारे में भी लोग निश्चित नहीं हैं कि वह अधिकार, और उसके साथ दूसरा यह एक आश्वासन कि मैं भारत का हूं और भारत में रह सकता हूं। ये दो चीज़ें अब हमारे हाथ से बाहर हैं, क्योंकि अब कई तरीकों से एनआरसी लागू करने की कोशिश की जा रही है। तो अब मेरे वजूद पर ही सवाल उठाया जा रहा है। आपका इशारा बिहार में जो हो रही है स्पेशल इंटेंसिव रिवीजन, उसकी तरफ भी है। और अभी असम के मुख्यमंत्री ने एकदम साफ ऐलान किया है कि वे वहाँ के बंगाली मुसलमानों को उखाड़ देंगे, कानूनी या गैर कानूनी तरीके से, और ये एक जंग चल रही है और इस जंग में वो पीछे नहीं हटेंगे। तो इसका मतलब यह है कि अब हिंदुस्तान के एक आम शहरी के जो दो अधिकार थे, एक हिंदुस्तानी की तरह उसका इस मुल्क में रहने का अधिकार, और दूसरा इस मुल्क का मुस्तकबिल तय करने का उसका अधिकार, ये दोनों उसके हाथ से चले गए हैं। प्रोफेसर साहब, जो कुछ हिमंत बिस्वा शर्मा कह रहे ने, असम के चीफ मिनिस्टर, ਉਹਦੀ लैंग्वेज बहुत पॉइजनस है, पर वैसा ही बहुत सारी और स्टेट्स में भी कहा जाता है। वहाँ पे जब बड़े ठाकरे साहब थे, बाल ठाकरे थे, तो थोड़ा सा जहर ज़्यादा होती थी ज़ुबान में, वरना वो बातें वहाँ भी कही जाती हैं। पंजाब में भी आप इस तरह की बातचीत नीचे वाली सफ़ों में सुन सकते हो। मुझे लगता है जब सवाल ही कर रहे हैं हम, तो फिर थोड़ा और रेडिकली पूछ लेना चाहिए। मैं सिर्फ इस संविधान ਨੂੰ ਬਚਾਉਣ ਲਈ ਜਾਂ ਹੁਣ ਸੰਵਿਧਾਨ ਤੋਂ ਥੱਲੇ ਗਿਰ ਕੇ ਵੋਟ ਦੇ ਅਧਿਕਾਰ ਨੂੰ ਬਚਾਉਣ ਲਈ, ਜੇ ਲੜਾਈ ਇੰਨੇ ਹੀ ਮੁੱਢਲੇ ਪੜਾਵਾਂ ਤੇ ਆ ਗਈ ਹੈ, ਇੰਨੇ ਹੀ ਇਹ ਜੋ ਡੈਮੋਕ੍ਰੇਸੀ ਦੀ ਜਿਹੜੀ ਲੈਡਰ ਹੈ ਉਹਦੇ ਸਭ ਤੋਂ ਥੱਲੜੇ ਹੇਠਲੇ ਸਟੈਪ ਦੇ ਉੱਤੇ ਆ ਗਈ ਹੈ, ਤਾਂ ਫਿਰ ਮੈਂ ਪੂਰੇ ਸੰਵਿਧਾਨ ਬਾਰੇ ਤੁਹਾਨੂੰ ਇਹ ਕਿਉਂ ਨਾ ਪੁੱਛਾਂ ਕਿ ਜੋ ਕੁਝ ਤੁਸੀਂ ਕਹਿ ਰਹੇ ਹੋ ਗਿਆ ਹੈ ਤੇ ਨਾਗਪੁਰ ਤੋਂ ਹੋ ਗਿਆ ਹੈ ਜਾਂ 2014 ਤੋਂ ਬਾਅਦ ਹੋ ਗਿਆ ਹੈ, ਉਹ ਹੋਇਆ ਤਾਂ ਇਸੇ ਸੰਵਿਧਾਨ ਦੇ ਥੱਲੇ ਹੀ ਹੈ ਨਾ, ਇਸੇ ਕਨਸਟੀਟਿਊਸ਼ਨਲ ਫਰੇਮਵਰਕ ਦੇ ਅੰਦਰ ਹੀ ਹੋਇਆ। ਦੈਟ ਮੀਨਸ ਉਹਦੇ ਲਈ ਸਪੇਸ ਇਸੇ ਸੰਵਿਧਾਨ ਦੇ ਵਿੱਚ ਬਣੀ ਹੋਈ ਸੀ, ਵਿਚ ਮੀਨਸ ਬਹੁਤ ਸਾਰਾ ਕੁਝ ਇਸ ਸੰਵਿਧਾਨ ਦੇ ਵਿੱਚ ਵੀ ਇੱਕ ਐਸੀ ਸੋਚ ਰਾਹੀਂ ਆਇਆ ਹੋਇਆ ਸੀ ਜਿਸ ਨੂੰ
ਹੁਣ ਜਿਹੜਾ ਹਾਕਮ ਹੈ ਉਸਨੇ ਐਕਸਪਲੋਇਟ ਕੀਤਾ, ਉਸਨੇ ਬਕਾਇਦਾ ਰੇਖਾਂਕਿਤ ਕੀਤਾ, ਫਿਰ ਹਾਕਮ ਖੁੱਲ੍ਹ ਕੇ ਜਿਹੜੇ ਸੰਵਿਧਾਨ ਦੇ ਫਸਟ ਪ੍ਰਿੰਸੀਪਲਸ ਨੇ ਉਹਨਾਂ ਦੇ ਉੱਤੇ ਅਟੈਕ ਕਰ ਰਿਹਾ। ਹੁਣ ਜੇ ਫਸਟ ਪ੍ਰਿੰਸੀਪਲਸ ਹੀ ਦੁਬਾਰਾ ਤੋਂ ਰੀਡਿਫਾਈਨ ਹੋਣੇ ਨੇ ਤਾਂ ਅਸੀਂ ਸਾਰੇ ਸੰਵਿਧਾਨ ਬਾਰੇ, ਮਤਲਬ ਆਪੋਜੀਸ਼ਨ ਆਪਣੇ ਸਵਾਲ ਪੁੱਛਣ ਲੱਗਿਆ ਆਪਣੇ ਆਪ ਨੂੰ ਇੰਨਾ ਮਹਿਦੂਦ ਕਿਉਂ ਕਰ ਰਹੀ ਹੈ। ਉਹ ਪੂਰੇ ਸੰਵਿਧਾਨ ਦੇ ਉੱਤੇ ਹੀ ਸਵਾਲ ਚੁੱਕੇ, ਜਿਸ ਵੇਲੇ ਉਹ ਸਾਰੀ ਸੋਚ ਦੇ ਉੱਤੇ ਸਵਾਲ ਚੁੱਕਣੇ ਨੇ ਤਾਂ ਫਿਰ ਕਿਤਾਬ ਇਹ ਨਹੀਂ ਹੋ ਸਕਦੀ। ਫਿਰ ਇਹਦੇ ਵਿੱਚ ਜਿਹੜੀ ਪਵਿੱਤਰਤਾ ਭਰੀ ਜਾ ਰਹੀ ਹੈ ਉਹ ਬਹੁਤ ਫੇਕ ਕਿਸਮ ਦੀ, ਜਾਲੀ ਕਿਸਮ ਦੀ, ਜਾਂ ਮੈਂ ਜੇ ਆਪਣੇ ਸ਼ਬਦਾਂ ਨੂੰ ਵੀ ਮੁਹਤਾਤ ਕਰਾਂ ਲਿਮਿਟਿਡ ਕਿਸਮ ਦੀ ਪਵਿੱਤਰਤਾ ਹੋਏਗੀ। ਇਸ ਦੇ ਪਿੱਛੇ ਭੀੜ ਨਹੀਂ ਲੱਗੇਗੀ। ਭੀੜ ਇੱਕ ਸੁਪਨੇ ਦੇ ਪਿੱਛੇ ਤੁਰਦੀ ਆ। ਉਹ ਸੁਪਨਾ ਫਿਰ ਬਹੁਤ ਵਡੇਰਾ ਹੋਣਾ ਚਾਹੀਦਾ ਕਿ ਅਸੀਂ ਇੱਕ ਡਿਫਰੈਂਟ ਮੁਲਕ ਬਣਾਵਾਂਗੇ, ਜਿਸ ਤਰ੍ਹਾਂ ਦਾ ਮੁਲਕ ਬਣਨਾ ਚਾਹੀਦਾ ਸੀ ਉਹ ਬਣਾਵਾਂਗੇ। ਜਦੋਂ ਇਹ ਸੰਵਿਧਾਨ ਬਣਿਆ ਇਹ ਲੱਖਾਂ ਕਤਲਾਂ ਦੀ ਛਾਂ ਦੇ ਥੱਲੇ ਬਣਿਆ, ਇਮੀਡੀਏਟਲੀ ਪਾਰਟੀਸ਼ਨ ਤੋਂ ਬਾਅਦ ਬਣਿਆ ਨਾ। ਤਾਂ ਇਸੇ ਕਰਕੇ ਇਹਦੇ ਬਸ ਸੱਚ ਹੈਵੀ ਸੈਂਟਰ ਕਿ ਸਾਰੀਆਂ ਤਾਕਤਾਂ ਕੇਂਦਰ ਨੂੰ ਦੇ ਦਿਓ, ਤੇ ਕੇਂਦਰ ਨੇ ਐਸਾ ਔਰ ਪਿਛਲੇ 10 ਸਾਲਾਂ ਵਿੱਚ ਜੰਮ ਕੇ ਹੋਰ ਤਾਕਤਾਂ ਲੈ ਲਈਆਂ। ਇਫ ਯੂ ਵਾਂਟ ਟੂ ਰੀਇਮੈਜਿਨ ਯੂ ਵਿਲ ਹੈਵ ਟੂ ਕੁਐਸਚਨ ਆਲ ਆਫ इट। फिर ਅਸੀਂ सारे ਨੂੰ क्यों नहीं सवाल करते। वेरी ट्रू, बिल्कुल उसके आगे बढ़ना चाहिए। और संविधान जिस वक्त बन रहा था तो आप ये देखेंगे संविधान सभा में जो बहस हो रही थी उसमें वे सारे लोग कह रहे थे कि भाई हम अपने आगे आने वाली पीढ़ियों की बुद्धि पर भरोसा करते हैं और इसलिए हम संविधान को पत्थर की लकीर नहीं बना रहे हैं। इसको वो आगे बढ़ा सकते हैं, इसको विस्तृत कर सकते हैं, इसमें तब्दीलियाँ ला सकते हैं, बदलाव ला सकते हैं। और आपने ठीक ही कहा कि जिस वक्त ये संविधान बन रहा था एक छाया थी, वो छाया बंटवारे की छाया थी और उस कत्लेआम की छाया थी। और उसमें एक हेवी सेंटर या सेंट्रलाइज्ड फेडरेशन की कल्पना की गई। लेकिन फेडरेशन की कल्पना थी और फेडरल राइट्स की कल्पना थी, तो उस कल्पना को और आगे ले जाने की ज़रूरत थी। आप उसको कितना बढ़ा सकते हैं, लेकिन अब हमें दिखलाई पड़ रहा है ख़ासकर पिछले 11 साल में कि हम एक और ज़्यादा यूनिटरी स्टेट में तब्दील होते जा रहे हैं। तो हमें उस इमेजिनेशन को या उस कल्पना को जिसके आप उस तसव्वुर को जिसमें आप हिंदुस्तान को यूनियन ऑफ स्टेट्स कहें सच्चे मायनों में, उस पर हमें बार बार जोर देना चाहिए, ना कि एक हेवी सेंटर जिसकी तरफ सारे स्टेट्स खिंच के रहेंगे। और इसका मतलब ये है कि हमें सारे ही राज्यों को ज़्यादा से ज़्यादा ऑटोनॉमी देने की बात करनी चाहिए। जहाँ सच्ची यूनियन ऑफ स्टेट्स है वहाँ डेमोक्रेसी का भी तो सत्यानाश हो रहा है। मैं बिल्कुल, कल पढ़ रहा था कि डोनाल्ड ट्रंप ने कहा कि फैडरल एजेंट्स हुण सारे न्यूयॉर्क सिटी ਦੇ ਵਿੱਚ ਹੋਣਗੇ, तो न्यूयॉर्क सिटी ਦੀ ਪੁਲਿਸ ਨੂੰ ਬੇਹਥਿਆਰ ਕਰ ਦਿੱਤਾ ਗਿਆ ਹੈ ਤੇ ਫੈਡਰਲ ਏਜੰਟਸ ਰਨ ਕਰਨਗੇ, ਵਿਚ ਮੀਨਸ न्यूयॉर्क ਵਿੱਚ ਇੱਕ ਤਰੀਕੇ ਨਾਲ ਫੌਜੀ ਰਾਜ ਦੇ ਇਹ ਬਰਾबर है। ये तो वो जिथे सच्ची यूनियन ऑफ स्टेट्स है। एग्जैक्टली। और ये दूसरी बात मैं कहने जा रहा था कि संविधान निर्माताओं ने ही क्या बात कही, उन्होंने कहा कि संविधान उतना ही अच्छा होगा या उतना ही बुरा होगा जितना उसको लागू करने वाले लोग होंगे। तो संविधान आपके पास है, संवैधानिक संस्थाएं आपके पास हैं, लेकिन वहाँ लोग कौन बैठे हुए हैं? अगर डोनाल्ड ट्रंप है और डोनाल्ड ट्रंप की बात को मानने के लिए वहाँ की दूसरी संवैधानिक संस्थाएं तैयार हैं और वो उसका प्रतिरोध नहीं करती हैं, तो अमेरिका का फेडरल स्ट्रक्चर जिसको आप कह रहे हैं कि वो ज़्यादा जेन्युइन फेडरल स्ट्रक्चर है, वो तबाह हो जाएगा। तो अभी थोड़े दिन पहले तक, 2 महीना पहले तक हमें लग रहा था कि वो जो जोहरान ममदानी को धमकी दे रहा है कि हम न्यूयॉर्क को अपने कब्जे में कर लेंगे, अब वो दिखलाई पड़ रहा है पिछले 10 दिन में कि वो कह रहा है कि हम कर लेंगे और कर लेगा। तो इसका मतलब ये हुआ कि अमेरिका की भी, हालांकि हम अभी भी ये मानते हैं और बहुत लोग कहते हैं कि अमेरिका के जो इंस्टीट्यूशंस हैं वो ज़्यादा ताकतवर हैं, रेजिलियंस हैं और चेक्स एंड बैलेंसेस हैं, और वहाँ लोग रेजिस्ट करते हैं। यहाँ तक कि पटेल और तुलसी गबार्ड के राज्य में वो चेक्स बैलेंसेस कैसे रहेंगे। मैं सिर्फ क्योंकि एक पोलेमिकल जी स्टेटमेंट है, खूबसूरत बहुत है, असी भी पूरा बचपन लेख लिखते हैं संविधान बारे, निबंध लिखते हैं, बता देता है कि कोई भी संविधान जो माड़ा भी होवे तो चलाने वाले लोग चंगे हों तो संविधान अच्छा होंदा है, जो संविधान अच्छा भी होवे चलाने वाले लोग बुरे हों तो संविधान बुरा हो जाता है। पोलेमिकली आई कैन अंडरस्टैंड, इट्स अ वेरी नाइस कोट, पर संविधान ने एक स्पेस ਤਾਂ ਦਿੱਤੀ ਹੈ ਨਾ ਇੱਕ ਸਟਰੋਂਗ ਸੈਂਟਰ ਵਾਲੀ ਸਟੇਟ ਨੂੰ ਹੋਰ ਜ਼ਿਆਦਾ ਸਟਰੋਂਗ ਸੈਂਟਰਿਸਟ ਯੂਨਿਟਰੀ ਸਟੇਟ ਬਣਾ ਲੈਂਦੀ। ਇਹ ਸਾਰੀ ਜਿਹੜੀ ਸਪੇਸ ਹੈ ਇਸੇ ਸੰਵਿਧਾਨ ਵਿੱਚੋਂ ਨਿਕਲੀ ਹੈ। ਤੇ ਕਦੀ ਕਦੀ ਜਿਹੜੀ ਭਾਜਪਾ ਇੱਕ ਗੱਲ ਕਰਦੀ ਹੈ ਕਿ ਇਹ ਸੰਵਿਧਾਨ ਕਲੋਨੀਅਲ ਸੰਵਿਧਾਨ ਹੈ, ਇਹ ਤਾਂ ਬੋਰੋਡ ਸੰਵਿਧਾਨ ਹੈ, ਇਹਦੇ ਵਿੱਚ ਓਰੀਜਨਲ ਆਈਡੀਆ ਕਿਹੜਾ। ਉਸ ਖਿਆਲ ਤੋਂ ਤਾਂ ਇੱਕ ਸਵਾਲ ਪੁੱਛਿਆ ਹੀ ਜਾ ਸਕਦਾ, ਬਟ ਵੀਲ ਡੂ ਦੈਟ ਆਫਟਰ ਦਿਸ ਬ੍ਰੇਕ।
ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਸੰਵਿਧਾਨ, ਜਮਹੂਰੀਅਤ ਨੂੰ ਦਰਪੇਸ਼ ਚੁਣੌਤੀਆਂ ਬਾਰੇ। ਆਪਣੇ ਆਜ਼ਾਦੀ ਵਰੇ ਤੋਂ ਚਾਂਦੀ ਦਿਨ ਪਹਿਲਾਂ, ਕਿਉਂਕਿ ਇੱਕ ਵਾਰੀ ਫਿਰ ਲਾਲ ਕਿਲੇ ਤੇ ਜਾ ਕੇ ਪ੍ਰਧਾਨ ਮੰਤਰੀ ਨੇ ਝੰਡਾ ਝੁਲਾਉਣਾ ਹੈ ਤੇ ਅਸੀਂ ਗੁਣ ਗਾਣੇ ਹਨ ਆਪਣੀ ਆਜ਼ਾਦੀ ਦੇ, ਆਪਣੇ ਮਹਾਨ ਹੋਣ ਬਾਰੇ ਤੇ ਦੁਨੀਆ ਦੇ ਵਿੱਚ ਇੱਕ ਸੁਪਰ ਪਾਵਰ ਬਣਨ ਦੇ ਸੁਪਨਿਆਂ ਬਾਰੇ। ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਸੀਂ ਆਰਥਿਕ ਸ਼ਕਤੀ ਹਾਂ, ਤਾਂ ਇਹ ਜਿਹੜੀ ਸਾਰੀ ਸ਼ਕਤੀ ਹੈ, ਜਿਹੜਾ ਦੇਸ਼ ਹੈ, ਇਹਦੀ ਜਿਹੜੀ ਡੈਮੋਕ੍ਰੇਸੀ ਹੈ, ਇਹ ਓਪਰੇਟ ਹੁੰਦੀ ਹੈ ਵਾਇਆ ਸੰਵਿਧਾਨ। ਤੇ ਉਹ ਸੰਵਿਧਾਨ ਦਾ ਕੀ ਹਾਲ ਹੈ, ਇਸ ਨੂੰ ਲੈ ਕੇ ਪਾਰਲੀਮੈਂਟ ਦੇ ਜਿਹੜੇ ਬੰਦ ਗੇਟ ਨੇ, ਜਿੱਥੇ ਕੋਈ ਬਹਿਸ ਨਹੀਂ ਹੋ ਸਕਦੀ, ਤੇ ਜੋ ਵੋਟਾਂ ਦਾ ਹਾਲ ਬਿਹਾਰ ਦੇ ਵਿੱਚ ਹੋ ਰਿਹਾ ਹੈ, ਇਸ ਨਜ਼ਰੀਏ ਤੋਂ ਦੇਖਣਾ ਚਾਹ ਰਹੇ ਹਾਂ। ਸਾਡੇ ਨਾਲ ਪ੍ਰੋਫੈਸਰ ਪੂਰਵਾਨੰਦ ਜੀ ਨੇ। ਪੂਰਵਾਨੰਦ ਜੀ, ਆਪਾਂ ਸੰਵਿਧਾਨ ਬਾਰੇ ਗੱਲ ਕਰ ਰਹੇ ਸੀ ਤੇ ਮੈਂ ਸਿਰਫ ਇਹ ਪੁੱਛਣਾ ਚਾਹ ਰਿਹਾ ਕਿ ਜਿਸ ਵੇਲੇ ਇਹ ਮਹਾਨ ਸੰਵਿਧਾਨ ਬਣਾਇਆ ਗਿਆ ਤਾਂ ਉਹ ਸਵਾਲ ਉਸ ਵੇਲੇ ਵੀ ਸਨ ਤੇ ਉਹ ਸਵਾਲ ਅੱਜ ਤੱਕ ਨੇ ਕਿ ਇਹਦੇ ਵਿੱਚ ਨਵਾਂ ਕੀ ਸੀ, ਵਾਟ ਵਾਜ਼ ਨਿਊ ਇਨ ਇਟ। ਇਹ ਇੱਕ ਬੋਰਡ ਸੰਵਿਧਾਨ ਸੀ ਜਿਹਦੇ ਵਿੱਚ ਜਿਹੜਾ ਗਵਰਨੈਂਸ ਦਾ ਸਾਰਾ ਢਾਂਚਾ ਵੀ ਹੈ, ਇਹ ਇੱਕ ਕੇਂਦਰ ਦੇ ਵਿੱਚ ਇੱਕ ਸਰਕਾਰ ਹੋਵੇਗੀ, ਉਹਦੇ ਕੋਲ ਇੰਨੀਆਂ ਸ਼ਕਤੀਆਂ ਹੋਣਗੀਆਂ, ਇੱਕ ਸੁਪਰੀਮ ਕੋਰਟ ਹੋਵੇਗੀ, ਇੱਕ ਇਲੈਕਸ਼ਨ ਕਮਿਸ਼ਨ ਹੋਵੇਗਾ। ਇਹ ਸਾਰਾ ਕੁਝ ਵੀ ਐਕਚੁਅਲੀ ਬੋਰਡ ਸੀਗੀਆਂ, ਇਹ ਕੋਈ ਇੰਡੀਜਨਸ ਸਮਝ ਤੋਂ ਨਹੀਂ ਆਇਆ ਹੋਇਆ ਸੀਗਾ। ਜਿਹੜੇ ਸੰਵਿਧਾਨ ਨੂੰ ਬਣਾਉਣ ਵਾਲੇ ਵੱਡੇ ਨਾਮ ਸਨ ਉਹ ਵੀ ਉਹੋ ਜਿਹੇ ਹੀ ਅਦਾਰਿਆਂ ਦੇ ਵਿੱਚੋਂ ਪੜ੍ਹੇ ਹੋਏ ਸਨ, ਚਾਹੇ ਉਹ ਅੰਬੇਦਕਰ ਹੋਣ, ਉਹ ਨਹਿਰੂ ਜੀ ਹੋਣ, ਉਹ ਭੈੜੇ ਜਿਨ੍ਹਾਂ ਜੀ ਹੋਣ, ਇਹ ਸਾਰੇ ਹੀ ਉਸ ਕਿਸਮ ਦੀ ਮਾਈਂਡਸੈਟ ਦੇ ਵਿੱਚੋਂ ਨਿਕਲੇ ਹੋਏ ਸਨ। ਸੋ ਔਰ ਤੁਸੀਂ ਪਹਿਲਾਂ ਵੀ ਕਿਹਾ ਕਿ ਸੰਵਿਧਾਨ ਪਾਰਟੀਸ਼ਨ ਦੀ ਪਰਛਾਵੇਂ ਦੇ ਵਿੱਚ ਬਣ ਰਿਹਾ ਸੀ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਵਕਤ ਲੱਗਦਾ ਹੈ ਦੇਸ਼ ਨੇ ਇੱਕ ਫਾਸਲਾ ਤੈਅ ਕੀਤਾ, ਤਾਂ ਹੁਣ ਜੇ ਆਪੋਜੀਸ਼ਨ ਇਹਨੂੰ ਮੇਜਰ ਫਾਲਟ ਲਾਈਨ ਬਣਾ ਰਹੀ ਹੈ ਇੱਕ ਦੂਸਰੀ ਖਿਆਲਾਤ ਦੀ, ਦੂਸਰੀ ਸੋਚ ਦੀ ਸ਼ਕਤੀ ਦੇ ਨਾਲ, ਤਾਂ ਫਿਰ ਦਿਸ ਇਜ਼ ਦਾ ਟਾਈਮ ਟੂ ਗੋ ਬੈਕ ਟੂ ਦਾ ਡਰਾਇੰਗ ਬੋਰਡ ਕਿ ਆਪਾਂ ਇੱਕ ਵਾਰੀ ਫਿਰ ਤੋਂ ਇੱਕ ਰੈਡੀਕਲੀ ਡਿਫਰੈਂਟ ਸੁਪਨਾ ਆਪਣਾ ਬਣਾਈਏ, ਜਿਹੜਾ ਸਾਡਾ ਇੰਡੀਜਨਸ ਕੋਈ ਤਰੀਕਾ ਹੋਵੇਗਾ, ਸਾਡਾ ਆਪਣਾ ਵਿਜ਼ਡਮ ਹੋਏਗਾ। ਗਾਂਧੀ ਨੇ ਬਹੁਤ ਜ਼ਿਆਦਾ ਸ਼ਾਇਦ ਉਹਦੇ 'ਤੇ ਕੰਮ ਨਹੀਂ ਕੀਤਾ, ਅਜੇ ਕਿ ਉਹ ਰਿਪਬਲਿਕ ਆਫ ਦਾ ਵਿਲੇजेस ਦੀ ਗੱਲ ਕਰਦੇ ਸਨ। ਤੁਹਾਨੂੰ ਲੱਗਦਾ ਦਿਸ ਇਜ਼ ਦਾ ਟਾਈਮ ਟੂ ਗੋ ਬੈਕ ਐਂਡ ਡੂ ਐਵਰੀਥਿੰਗ ਅਗੇਨ। ਮੈਨੂੰ ਸਿਰਫ ਨਾ ਉਹ ਜੁਮਲਾ ਦੁਬਾਰਾ ਯਾਦ ਆ ਰਿਹਾ, ਹਨੂਮੰਥਈਆ ਦਾ ਨਾ, ਉਹ ਕਿ ਇਸ ਸੰਵਿਧਾਨ ਦੇ ਵਿੱਚ ਨਾ ਤੇ ਉਹ ਕਹਿੰਦੇ ਨੇ ਵੀਨਾ ਦਾ ਕੋਈ ਸੰਗੀਤ ਹੈ, ਨਾ ਸਿਤਾਰ ਦਾ ਸੰਗੀਤ ਹੈ, ਇਹਦੇ ਵਿੱਚੋਂ ਤੇ ਮੈਂ ਕੰਨ ਲਾ ਕੇ ਸੁਣਾ ਤੇ ਮੈਨੂੰ ਅੰਗਰੇਜ਼ੀ ਬੈਂਡ ਦੀ ਆਵਾਜ਼ ਸੁਣਾਈ ਦਿੰਦੀ ਹੈ। ਤੇ ਉਸ ਕॉन्स्टिट्यूशन असेंबली ਦੇ ਮੈਂਬਰ ਸਨ। ਇਹ ਗੱਲ ਤਾਂ ਠੀਕ है काफ़ी हद तक। अब इस सवाल पर ही हम लोगों को सोचना चाहिए कि इंडिजिनस है क्या। आप जिसको कह रहे हैं इंडिजिनस, भाजपा भी कहती है कि एक इंडिजिनस है। हाँ, तो आप जिसको इंडिजिनस कह रहे हैं, कौन सा इंडिजिनस? पंजाब का इंडिजिनस, झारखंड का इंडिजिनस, मणिपुर का इंडिजिनस, कौन सा इंडिजिनस? नहीं तो लोग क्लेम करेंगे साडा अपना अपना इंडिजिनस है। मैं वही कह रहा हूँ, अमेरिका दी स्टेट्स के अपने अपने संविधान ने। कौन सा इंडिजिनस? इसलिए अगर हम किसी एक इंडिजिनस की बात करते हैं और हम ये कहते हैं कि हम फॉरेन को बाहर कर दें, तो हिंदुस्तान में ही एक फॉरेन होगा। तमिलनाडु के लिए बिहार फॉरेन है, बिहार के लिए फिर गुजरात फॉरेन होगा, पंजाब के लिए मणिपुर फॉरेन होगा, बहुत से मानों में है भी। हाँ, है भी। तो हम ये जो हमारी एक तरह का अधूरापन है, इस अधूरेपन को हम लोग कबूल करते हैं। दूसरे कि संविधान कुछ यूनिवर्सल प्रिंसिपल्स पे टुका हुआ है, जिसको आप कह सकते हैं सार्वभौम सिद्धांत। अब अगर हम ये कहने लगे कि फ्रेंच रिवॉल्यूशन के जो प्रिंसिपल्स हैं वो तो बाहरी हैं, हमें कुछ सरबत दा भला साडे कोल भी है। हाँ, तो हमें कुछ अपने इंडिजिनस प्रिंसिपल्स डेवलप करने चाहिए। तो फिर आज़ादी, बराबरी और दोस्ती, ये जो तीन हैं, इन तीन को हम क्या इसलिए रिजेक्ट कर देंगे कि ये फ्रेंच रिवॉल्यूशन से आए थे और हमारे यहाँ नहीं आए थे? मैं कथा कलामी के लिए माफी, मैं सवाल को वाज़ह कर दूं सिर्फ। ये जो इक्वालिटी, फ्रेटर्निटी वगैरह चीजें हैं ये यूनिवर्सल होंगी, तो ये जो संविधान है आपका, ये हमारे यहाँ नहीं था। हाँ, हमारे यहाँ नहीं था, तो उसको लीजिए। हमने उससे सीखा। उसी तरह हमने दुनिया भर के संविधानों से और दुनिया भर में जो संघर्ष हुए थे उनसे सीखा और बहुत सारी चीजें ली, लेकिन उन चीज़ों को लेने में इतना हीनता बोध क्यों है? मैं वाज़ह सिर्फ इतना कर दूं कि एक संविधान है, जैसे अमेरिका का संविधान है, हुन वो सारी एडमिनिस्ट्रेशन नहीं दसदा कि सारी एडमिनिस्ट्रेशन इस तरह चलेगी, वो एक वैल्यू सिस्टम सैट करता जे ये और साडा ते इन्ना ज़्यादा लेंथी संविधान भी इसलिए मैनूं इदां ही लगदा कि कोई विश्वास भी नहीं सी लोकां दे उत्ते कि वो चला भी लैणगे, इसलिए एक बनिया बनाया पूरा लंबा चौड़ा एडमिनिस्ट्रेटिव सिस्टम, इन्नियां बरीकियां तक सारा कुछ माइक्रो मैनेज करके पहलां ही दे दिता कि एक हैगा सांचा, इस मोल्ड दे विच सब ने रहना है। इसे करके बहुत सारे लोगों को ये संविधान उन्हों का साह घुटन वाला भी लगता है। तो मैनू ये भी जिस वे राहुल गांधी ने या देश की अपोजिशन ने, हुण तो वोट चोर का मामला तो कला राहुल गांधी नहीं कह रहा, देर आर 25 पोलीटिकल पार्टीज़ जिहड़ियां उहदे नाल बैठियां ने, जिहड़ी एक दूजे दियां दुश्मन ने, PDP ते नैशनल कॉन्फ्रेंस नाल बैठियां ने, आम आदमी पार्टी, कांग्रेस,
ਕਮਿਊਨਿਸਟ ਸਭ ਇਕੱਠੇ ਬੈਠੇ ਨੇ ਤੇ ਉਹ ਇਹਦੇ ਤੇ ਸਵਾਲ ਚੁੱਕ ਰਹੇ ਨੇ, ਤਾਂ ਉਹ ਸੰਵਿਧਾਨ ਦੇ ਉੱਤੇ ਮੌਲਿਕ ਸਵਾਲ ਹੀ ਕਿਉਂ ਨਹੀਂ ਚੁੱਕ ਦਿੰਦੇ ਕਿ ਸਭ ਕੁਝ ਨੂੰ ਰੀਇਮੈਜਿਨ ਕੀਤਾ ਜਾਏਗਾ। ਜਾਂ ਮੈਂ ਜੇ ਮੈਂ ਥੋੜਾ ਜਿਹਾ ਇਹਨੂੰ ਹੋਰ ਅੱਗੇ ਲੈ ਜਾਵਾਂ ਕਿ ਇਹ ਸੰਵਿਧਾਨ ਦੇ ਅੰਦਰ ਵੀ ਦਰਅਸਲ ਦੋ ਸੰਵਿਧਾਨ ਨਹੀਂ ਹੈਗੇ, ਬਹੁਤ ਸਾਰਾ ਤੇ ਲਿਬਰਲ ਸੰਵਿਧਾਨ ਵੀ ਹੈ ਜਿਹੜੇ ਵੈਲਿਊ ਸਿਸਟਮ ਦੀਆਂ ਤੁਸੀਂ ਗੱਲ ਕਰ ਰਹੇ ਹੋ, ਇੱਕ ਹਾਰਡ ਸੰਵਿਧਾਨ ਵੀ ਇਹਦੇ ਵਿੱਚ ਹੈ ਕਿ ਯੂਨਿਟਰੀ ਸਟਰਕਚਰ ਹੋਏਗੀ, ਕੇਂਦਰ ਇੰਨਾ ਸਟਰੋਂਗ ਹੋਏਗਾ, ਸਟੇਟਾਂ ਦੀਆਂ ਪਾਵਰਸ ਆਪਣੇ ਕੋਲ ਰੱਖੇਗਾ, ਇਹ ਸ਼ੈਡਿਊਲਸ ਇਸ ਤਰ੍ਹਾਂ ਬਣਾ ਦੇਗਾ। ਸੋ do we need to talk about that? There are two constitutions in it, not one. We do need to talk about that. और we do need to expand our discourse. इसमें कोई समस्या ही नहीं है और इसीलिए आपके संविधान में लगातार तब्दीली होने की गुंजाइश है। आपका संविधान कोई पत्थर की लकीर नहीं है जिसको आप तब्दीली नहीं कर सकते हैं, आप नई चीज़ें लागू कर सकते हैं। लेकिन अभी हमारे सामने सवाल यह है कि क्या यह सारी बात करने की जगह भी हमारे पास रह गई है, जिसमें आपके संविधान को धीरे 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 इस तरह से बदल दिया गया है या बिना बदले बदल दिया गया है, जिसमें आप अब सिर्फ एक आइडिया के सामने हैं और वो हिंदू राष्ट्र का आइडिया है। आप बाकी कोई बात कर ही नहीं सकते हैं, उठा ही नहीं सकते हैं। इस वक्त अगर हम ये कहेंगे कि नहीं हम अभी इन सारी चीज़ों पर बात कर लें और ये आपके सामने जो चीज़ खड़ी है, तो इसका मतलब हम इसकी भयावहता को या इसकी भीषणता को नहीं समझ रहे हैं। वन ऑफ द रीजनस कि ਇੰਨੀਆਂ ਸਾਰੀਆਂ ਚੇਂजेस ਮੋਦੀ ਸਰਕਾਰ ਨੇ ਵੀ ਕੀਤੀਆਂ ਨੇ ਜਾਂ ਇਹ ਗੱਲ ਖੁੱਲ੍ਹ ਕੇ ਹੋ ਰਹੀ ਹੈ ਕਿ ਬੇਸਿਕ ਡਾਕਟਰਾਈਨ ਹੈ ਜਿਹੜੀ ਬੇਸਿਕ ਸਟਰਕਚਰ ਡਾਕਟਰਾਈਨ ਹੈ ਉਹਨੂੰ ਵੀ ਕੁਐਸਚਨ ਕਰ ਰਹੇ ਨੇ, ਵਾਈਸ ਪ੍ਰੈਜ਼ੀਡੈਂਟ ਨੇ ਵੀ ਕੁਐਸਚਨ ਕਰ ਦਿੱਤਾ, ਆਰਐਸਐਸ ਦੇ ਮੁਖੀ ਵੀ ਕੁਐਸਚਨ ਕਰਦੇ ਨੇ ਕਿ ਸੋਸ਼ਲਿਸਟ ਹੈ, ਸੈਕੂਲਰ ਹੈ, ਸ਼ਬਦ ਕੱਢਣੇ ਚਾਹੀਦੇ ਆ, ਨਹੀਂ ਕੱਢਣੇ ਚਾਹੀਦੇ ਹੈ, ਜਾਂ ਈਵਨ ਸੈਕੂਲਰਿਜ਼ਮ ਕਹਿਣਾ ਕਿਸ ਨੂੰ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਕਹੇਗੀ ਕਿ ਸਾਡੇ ਵੀ ਕਨਸਟੀਟਿਊਸ਼ਨ 'ਚ ਲਿਖਿਆ ਹੈ ਕਿ ਸੈਕੂਲਰਿਜ਼ਮ ਕੀ ਹੁੰਦਾ, ਸੋ ਉਹਨਾਂ ਦਾ ਇੱਕ ਆਪਣਾ ਸੈਕੂਲਰਿਜ਼ਮ ਹੈ। ਇਹ ਸਾਰਾ ਕੁਝ ਪੋਸੀਬਲ ਇਸ ਕਰਕੇ ਆ। ਔਰ ਲੈਟ ਵੀ ਗੋ ਬੈਕ ਟੂ ਅੰਬੇਦਕਰ ਜਿਹੜਾ ਕਹਿੰਦਾ ਕਿ ਡੈਮੋਕ੍ਰੇਸੀ ਜਿਹੜੀ ਭਾਰਤ ਦੇ ਵਿੱਚ ਹੈ ਇਹ ਸਿਰਫ ਭਾਰਤੀ ਜ਼ਮੀਨ ਦੀ ਟੌਪ ਸੋਇਲ ਹੈ, ਇਹ ਉੱਪਰ ਵਾਲੀ ਪਰਤ ਹੈ, ਤੇ ਜਿਹੜੀ ਥੱਲੇ ਜ਼ਮੀਨ ਹੈ ਭਾਰਤ ਦੀ ਉਹ ਦਰਅਸਲ ਇਸੈਂਸ਼ੀਅਲੀ ਅਨਡੈਮੋਕ੍ਰੈਟਿਕ, ਉਹਨਾਂ ਨੇ ਕਿਹਾ ਉਹ ਜ਼ਰੂਰੀ ਤੌਰ ਤੇ ਅਨਡੈਮੋਕ੍ਰੈਟਿਕ ਹੈ। ਹੁਣ ਕਿਉਂਕਿ ਇਹ ਇੱਕ ਸੱਚਾਈ ਸੀ, ਅੰਬੇਦਕਰ ਇਸ ਨੂੰ ਜਾਣਦੇ ਸਨ, ਇਸੇ ਸੱਚਾਈ ਕਰਕੇ ਹੀ ਸਰਕਾਰ ਇਹ ਕਰ ਪਾਈ ਹੈ ਕਿ ਉਸਨੇ ਦੇਸ਼ ਦਾ ਮਨ ਮਿਜਾਜ਼ ਇਸ ਤਰ੍ਹਾਂ ਦਾ ਬਣਾ ਦਿੱਤਾ ਕਿ ਤੁਸੀਂ ਸੰਵਿਧਾਨ ਨੂੰ ਇੱਥੋਂ ਤੱਕ ਪੁਸ਼ ਕਰ ਸਕਦੇ ਹੋ। ਦੇਖੋ 303 ਵਾਲੀ ਬੀਜੇਪੀ ਸੀ ਜਾਂ 240 ਵਾਲੀ ਬੀਜੇਪੀ ਸੀ, ਕੋਈ ਫਰਕ ਨਹੀਂ ਹੈ ਜਦੋਂ ਉਹਨਾਂ ਨੇ ਵੱਡੀਆਂ ਚੇਂਜਸ ਕਰਨੀਆਂ ਨੇ। ਵਨ ਮੋਰ ਟਰਮ ਤੇ ਇਹ ਜਿਹੜੀਆਂ ਪ੍ਰੀਟੈਂਸਿਸ ਨੇ ਨਾ ਕਿ 1000 ਕੱਟਸ ਸੰਵਿਧਾਨ 'ਚ ਲਗਾਓ, ਇੱਧਰੋਂ ਇੱਦਾਂ ਕਰ ਦਿਓ, ਇੱਧਰੋਂ NIA ਨੂੰ ਇੰਨੀ ਅੱਗੇ ਲੈ ਆਓ, UAPA ਨੂੰ ਇੱਥੇ ਤੱਕ ਲੈ ਜਾਓ, ਜਾਂ ਦਿੱਲੀ ਦਾ ਐਕਟ ਪਾਸ ਕਰ ਦਿੱਤਾ ਕਿ ਸਾਰੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਕੇਂਦਰ ਸਰਕਾਰ ਦੇ ਥੱਲੇ ਕਰ ਦਿੱਤੀਆਂ ਨੇ, ਜਾਂ ਵਨ ਨੇਸ਼ਨ ਵਨ ਇਲੈਕਸ਼ਨ ਹੋ ਜਾਏਗਾ, ਉਸ ਵੇਲੇ ਉਹ ਇਹ ਪ੍ਰੀਟੈਂਸ ਵੀ ਖਤਮ ਕਰ ਦੇਣਗੇ। ਦੇ ਵਿਲ ਬੀ ਆਊਟ ਟੂ ਰੀਰਾਈਟ ਦਾ ਕਨਸਟੀਟਿਊਸ਼ਨ। ਉਹਨਾਂ ਨੇ ਕਹਿਣਾ ਲੋ ਵਨ ਨੇਸ਼ਨ ਵਨ ਇਲੈਕਸ਼ਨ ਵੀ ਹੈ, ਵਨ ਨੇਸ਼ਨ ਵਨ ਟੈਕਸ ਵੀ ਹੈ, ਵਨ ਨੇਸ਼ਨ ਵਨ ਰਾਸ਼ਨ ਵੀ ਹੈ, ਵਨ ਨੇਸ਼ਨ ਵਨ ਲੀਡਰ ਤੱਕ ਉਹ ਲੈ ਜਾਣਗੇ। ਵਨ ਨੇਸ਼ਨ ਵਨ ਸੋਚ ਤੱਕ ਉਹ ਲੈ ਆਏ ਨੇ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਦੂਸਰੀ ਸੋਚ ਦੀ ਗੱਲ ਹੀ ਨਹੀਂ ਕੀਤੀ ਜਾ ਸਕਦੀ। ਵੰਸ ਦੇ ਆਰ ਸੋ ਕਲੀਅਰ ਤਾਂ ਫਿਰ ਇਹ ਮੁਹਤਾਤ ਤਰੀਕੇ ਨਾਲ ਕਿਉਂ ਚੱਲ ਰਿਹਾ ਕਿ ਹਾਲੇ ਇੰਨਾ ਬਚਾ ਲਈਏ, ਹਾਲੇ ਮੈਂ ਵੋਟ ਦਾ ਅਧਿਕਾਰ ਬਚਾ ਲਾਂ, ਹਾਲੇ ਮੈਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੇ ਅਗੇਂਸਟ ਹੋ ਜਾਂ, ਹਾਲੇ ਸਾਨੂੰ ਉਹ ਇਲੈਕਟੋਰਲ ਰੋਲਸ ਦੀਆਂ ਇਲੈਕਟ੍ਰੋਨਿਕ ਕਾਪੀਆਂ ਦੇ ਦਿਓ। ਡਿਮਾਂਡ ਮੈਂ ਕਹਿ ਰਿਹਾ ਕਿ ਮੁਲਕ ਦੂਸਰੀ ਤਰ੍ਹਾਂ ਦਾ ਬਣਾਉਣਾ ਹੈ, ਡਿਮਾਂਡ ਇੱਥੋਂ ਤੱਕ ਛੋਟੀ ਕੀਤੀ ਜਾ ਰਹੀ ਹੈ ਕਿ ਸਾਨੂੰ ਇਲੈਕਟੋਰਲ ਰੋਲਸ ਦੀਆਂ दूसरियाँ कापियाँ दे दो। सर जितने जितने बड़े सपने की आप बात करेंगे उतनी उतनी भीड़ निकल के आएगी। पार्लियामेंट में डेमोक्रेसी में आप ऑपरेशनलाइज करते हो चीज़ को इधर थ्रू पार्लियामेंट और थ्रू स्ट्रीट पावर। पार्लियामेंट तो चलन नहीं दे रहे, स्ट्रीट पावर तो लिया नहीं सकते, फिर यही होगा, सेमिनार होंगे। मैं नहीं जानता हूँ कि सेमिनार होंगे या नहीं, अब वो भी पता नहीं होंगे कि हाँ, क्योंकि आप देख ही रहे हैं कि जम्मू कश्मीर में 25 किताबों के पढ़ने पर पाबंदी लगा दी गई है। और मैं दिल्ली यूनिवर्सिटी में पढ़ाता हूँ, दिल्ली यूनिवर्सिटी में सेमिनार नहीं हो सकता। ਇਹ ਅਨੁਰਾਧਾ ਭਸੀਨ ਦੀ ਕਿਤਾਬ ਹੈ ਜਿਹੜੀ ਜੇ ਤੁਸੀਂ ਕਸ਼ਮੀਰ 'ਚ ਪੜ੍ਹੋਗੇ ਤਾਂ ਜੇਲ੍ਹ 'ਚ ਜਾਓਗੇ। ਮੇਰੇ ਪੜ੍ਹਨ ਦੇ ਉੱਤੇ ਇਤਰਾਜ਼ ਨਹੀਂ ਹੈ, ਕੋਈ ਕਸ਼ਮੀਰੀ ਇੱਥੇ ਆ ਕੇ ਪੜ੍ਹੇਗਾ ਕਿ ਨਹੀਂ ਮੈਨੂੰ ਕਲੈਰਿਟੀ नहीं है। लेकिन कश्मीर, मैं दिल्ली यूनिवर्सिटी में हूँ, दिल्ली यूनिवर्सिटी में कोई सेमिनार नहीं हो सकता, सिर्फ RSS के लोग। दिल्ली यूनिवर्सिटी सेमिनार नहीं हो सकता, दिल्ली यूनिवर्सिटी में RSS के लोगों के अलावा और कोई सेमिनार नहीं कर सकता। तो अब आपका मुल्क यहाँ पर है, दिल्ली में आपको जगह मिलना मुश्किल है अगर आप किसी विषय पर सेमिनार करना चाहते हैं। तो जिसका मजाक उड़ाते हैं कि सेमिनार ही रह जाएगा, सेमिनार भी नहीं रह फिर गया। सेमिनार सड़क पे होता है ना सर, फिर डांडी मार्च होता है ना, फिर नॉन कोऑपरेशन मूवमेंट होती है। एग्जैक्टली। लेकिन आपने उसके पहले एक बुनियादी चीज़ पर ध्यान दिलाया था, वो बुनियादी चीज़ थी ज़मीन, जिसकी आपने बात की कि अम्बेडकर ने कहा था कि ये जो ज़मीन है यही गैर जमहूरी है।
और जब तक इस ज़मीन को नहीं तोड़ा जाएगा तब तक बात आगे नहीं बढ़ेगी। और उसकी बुनियाद जाति व्यवस्था है, जो ऊंच नीच और अनेक तरह के छुआछूत पर टिकी हुई है, जिसमें हम एक दूसरे को बाहर रखते हैं। तो फिर आप जिसको एक पीपल बनना कहते हैं, वो उस पीपल का बनना ही नामुमकिन है अगर ये ज़मीन वैसे ही बनी रही। बिल्कुल। और इस पर हमने काम नहीं किया है। तो मैं आपकी इस जो आज बात, संविधान उठाए फिरते हैं उन्होंने भी काम नहीं किया। हाँ, नहीं किया है। अगर वो ये कह रहे हैं कि हमसे इतने सालों तक गलती हुई कि हम इस समस्या को नहीं देख सके और इस पर काम नहीं हुआ, अगर आज भी मैं ये पढ़ता हूँ कि एक बाप ने अपने बेटी के पति की हत्या कर दी क्योंकि वो एक दूसरी जाति का था, तो इस ज़मीन पर हम लोगों को बात करने की ज़रूरत है। और उस पर मैं आपसे पूरी तरह से सहमत हूँ कि हम इस बुनियाद पर बात करें कि ये सामाजिक ज़मीन कैसी है, किस तरह की है, और क्या इसमें हम सिर्फ एक पौधा संविधान का लगाकर खुश हैं जो देखने में सुंदर लगता है, जबकि ज़मीन उसके नीचे उसको साथ देने के लिए तैयार नहीं है और वो पौधा आखिरकार मुरझा जाएगा, जो अब लगता है कि मुरझा गया है, क्योंकि हम इस विचारधारा में विश्वास करते हैं जो विचारधारा अलगाव की है, छुआछूत की है और ऊंच नीच की है। सर, ਜਦੋਂ ਆਜ਼ਾਦੀ ਦੀ 25ਵੀਂ ਵਰ੍ਹੇਗੰਢ ਬਣਾਈ ਗਈ ਨਾ, ਤੇ ਉਹ ਤੁਸੀਂ ਦੇਖੋ ਵੀ ਸਭ ਤੋਂ ਵੱਡਾ ਸਟੈਪ ਸੀ ਕਿ शीला धरिए किताब लिखेंगी दिस इंडिया, तो वो मेरा भारत है ਕੀ ਹੈਗਾ ਇਹ ਭਾਰਤ, ये भारत, दिस इंडिया, ਉਹਦੀਆਂ तमाम भारतीय भाषावां ਦੇ ਵਿੱਚ ट्रांसलेशंस ने, बड़ी खूबसूरत किताब है। याद है मुझको, याद है आपको? उसका कवर तो किसी को खैर भूलता ही नहीं है, वो इतने बड़े उनका रामानुजन जी का डिज़ाइन किया हुआ। जब 50वीं सालगिरह थी तो उस अद्धी रात ਨੂੰ मैं पार्लियामेंट के अंदर सी 15 अगस्त 1947 ਨੂੰ। लता मंगेशकर गाना गा रहे सन उत्थे, ऐ मेरे वतन, मतलब थोड़ा पर्ची से पढ़ के गा रहे थे। अब ऐसा ही था देश, तो जैसे कैसे भी। पर मैं वो सारा मंजर, द रन अप टू इट एंड दैट पर्टिकुलर नाइट इनसाइड द पार्लियामेंट, मैं देखिया कि वो सारा इट वाज अ थिएटर ऑफ द वर्शिप ऑफ द स्टेट, कि जो रियासत बन गई है, ਅਸੀਂ ਕਿੰਨਾ ਖੂਬਸੂਰਤ ਦੇਸ਼ ਬਣਾ ਲਿਆ। ਉਹ ਬੇਸਿਕਲੀ ਇਹ ਸੀ ਕਿ ਕਿੰਨੀ ਖੂਬਸੂਰਤ ਇੱਕ ਰਿਆਸਤ ਖੜੀ ਕਰ ਲਈ ਹੈ, ਉਹ ਇਹਦੀ ਹੀ ਪੂਜਾ ਹੋ ਰਹੀ ਸੀ। ਇਹ ਜਿਹੜਾ ਕਨਸਟੀਟਿਊਸ਼ਨ ਦੀ ਹੁਣ ਵੀ ਗੱਲ ਹੋ ਰਹੀ ਹੈ, ਇਹ ਕਨਸਟੀਟਿਊਸ਼ਨ ਦੀ ਵੈਨੇਰੇਸ਼ਨ ਦੀ ਗੱਲ ਹੋ ਰਹੀ ਹੈ ਕਿ ਇਹ ਪਵਿੱਤਰ ਸੰਵਿਧਾਨ ਨੂੰ ਅਸੀਂ ਪਵਿੱਤਰ ਕਿਤਾਬ ਮੰਨ ਕੇ, ਰਾਹੁਲ ਗਾਂਧੀ ਨੂੰ ਵੀ ਇਹਦੇ 'ਚ ਬਹੁਤ ਪਵਿੱਤਰਤਾ ਲੱਗਦੀ ਹੈ। ਉਹ ਪ੍ਰਾਈਮ ਮਿਨਿਸਟਰ ਮੋਦੀ ਤਾਂ ਇਹਨੂੰ ਸਿਰ ਤੇ ਰੱਖ ਕੇ ਪਾਰਲੀਮੈਂਟ ਦੇ ਅੰਦਰ ਜਾ ਰਹੇ ਸਨ, ਪਾਰਲੀਮੈਂਟ ਨੂੰ ਮੱਥੇ ਟੇਕ ਰਹੇ ਸਨ। ਸੋ ਇਹ ਜਿਹੜੀ ਪਵਿੱਤਰਤਾ, ਇਹਦੀ ਬਜਾਏ ਜਿਹੜੇ ਬੇਸਿਕ ਕੁਐਸਚਨ ਨੇ, ਜਿੱਦਾਂ ਇੱਕ ਮਤਲਬ ਸਾਡੇ ਦੇਸ਼ ਦਾ ਇੱਕ ਰਾਸ਼ਟਰਪਤੀ ਹੋਵੇਗਾ, हर स्टेट ਦੇ ਵਿੱਚ ਇੱਕ ਗਵਰਨਰ ਹੋਵੇਗਾ, ਹਰ ਸਟੇਟ ਦਾ ਆਪਣਾ ਸੰਵਿਧਾਨ ਕਿਉਂ ਨਹੀਂ ਹੋਵੇਗਾ? ਅਮਰੀਕਾ ਦੇ ਵਿੱਚ ਹਰ ਸਟੇਟ ਦਾ ਆਪਣਾ ਸੰਵਿਧਾਨ ਹੋ ਸਕਦਾ ਹੈ। ਸੰਵਿਧਾਨ ਮੈਨੂੰ ਕੁਝ ਸਕੈਲਟਲ ਆਊਟਲਾਈਨ ਦੇਵੇ, ਕੁਝ ਵੈਲਿਊ ਸਿਸਟਮਸ ਦੀ, ਐਡਮਿਨਿਸਟਰ ਉਹਨੂੰ ਕਿਸ ਤਰੀਕੇ ਨਾਲ ਕਰਨਾ ਹੈ ਮੈਂ ਖੁਦ ਕਰ ਸਕਾਂ। ਮਣੀਪੁਰ ਆਪਣੇ ਹਿਸਾਬ ਨਾਲ ਕਰੇ। ਇਹ ਜਿਹੜਾ ਵਨ ਸਾਈਜ਼ ਫਿਟਸ ਆਲ ਵਾਲਾ ਸੰਵਿਧਾਨ ਸੀ, ਇਹ ਪ੍ਰੋਬਲਮੈਟਿਕ ਸਾਬਤ ਹੋਇਆ। ਤੇ ਇਹ ਜਿਹੜਾ ਡਰ ਸੀ ਕਿ ਹਾਏ ਦੇਸ਼ ਇਕੱਠਾ ਨਹੀਂ ਰਹੇਗਾ, ਹਾਏ ਡਾਇਵਰਸਿਟੀ ਬਹੁਤ ਹੈ, ਇਸ ਕਰਕੇ ਇੱਕ ਸੰਵਿਧਾਨ ਜ਼ਰੂਰੀ ਹੈ, ਉਹਨਾਂ ਨੇ ਉਹ ਡਾਇਵਰਸਿਟੀ ਖਤਮ ਕਰ ਦਿੱਤੀ ਸਾਰਿਆਂ ਦੀ ਇੱਕ ਹਿੰਦੂ ਆਈਡੈਂਟੀਟੀ ਬਣਾ ਕੇ। So that means if within the four walls of this constitution it is possible to put so much poison into politics. देखिए, बुनियादी सवाल क्या है? बुनियादी सवाल है जिसकी तरफ अम्बेडकर बढ़ना चाह रहे थे, गांधी भी और बाकी लोग भी बढ़ना चाह रहे थे, वो ये कि हमारी बुनियादी इकाई इंडिविजुअल है, एक वाहिद शख्स है। वो उस वाहिद शख्स की तो कोई बात ही नहीं हो रही है। यहाँ भी प्रॉब्लम थी अभी, कोई बहस, क्योंकि गांधी के लिए बुनियादी इकाई विलेज था, अम्बेडकर के लिए इंडिविजुअल थे। लेकिन अगर आप गांधी को पढ़ेंगे तो वो जमहूरियत की बुनियादी इकाई इंडिविजुअल को कह रहे हैं। वो एक वाहिद शख्स है और उस वाहिद शख्स की खुद मुख्तारी सबसे महत्वपूर्ण है। अब हम क्या बात कर रहे हैं? हम राज्यों की बात कर रहे हैं। आपने कहा कि हमें रेडिकल ढंग से सोचना चाहिए, तो मणिपुर का अपना संविधान क्यों ना हो? ज़रूर संविधान हो, लेकिन मणिपुर में कुकी और मैतेई का क्या हो? नागालैंड में जो 35 ट्राइब्स हैं वो आपस में कैसे निपटेंगी? इसलिए सवाल को और रेडिकल तरीके से तब हमें सोचना चाहिए। वो ये कि आप दरअसल एक वाहिद शख्स की गरिमा को स्वीकार करते हैं और आप उस पर उसको किसी एक पहचान में रिड्यूस नहीं कर देना चाहते हैं। वो पहचान कोई भी हो। आखिर असम में ये कैसे कह दिया जाता है कि वो पहचान असमिया पहचान है? असमिया पहचान क्या है? या मियाँ जो है वो असमिया नहीं है, या मियाँ मुसलमान असमिया नहीं है। तो इसका मतलब या तो हम पहचानों की बात करें या हम एक वाहिद शख्स की बात करें, इंडिविजुअल की बात करें।
पूरी जद्दोजहद इसकी थी कि हम एक इंडिविजुअल को उसकी पूरी गरिमा, उसकी पूरी ग्लोरी, उसकी खुद मुख्तारी में कबूल करेंगे। हमारी पूरी यात्रा पीछे की तरफ। तो संविधान एक जरिया हो सकता था आपके कहने से? संविधान, मैं इसके खिलाफ हूँ कि आप संविधान को एक पवित्र वस्तु के तौर पे पेश करें और आप ये कहें कि ये संविधान। आपको ये कहना चाहिए हमारा सफ़र इस तरफ था और हम अपनी कमज़ोरियों के साथ इस तरफ बढ़ रहे थे और हम बहुत पीछे चले गए हैं। और अलग अलग पहचानें हैं। अगर ये कहा जाता है ये हिंदू पहचान है, ये पंजाबी पहचान है, या आहमिया पहचान है, मेरा कहना है मैं इन सारी पहचानों से आज़ाद रह सकता हूँ। मेरे लिए कहाँ जगह है? पर मैनू पहचान रखने की आज़ादी भी होनी चाहिए। वो ठीक है, मेरी एक भारतीय के तौर पे पहचान है, पंजाबी के तौर पे, मेरी सिख के तौर पे बिल्कुल पहचान है। तो ये मुझको आज़ादी होगी या नहीं होगी? या मुझे महाराष्ट्र में रहने पर अनिवार्यतः उस मराठी पहचान में शेष होना पड़ेगा, या चंडीगढ़ में रहने पर मुझे अनिवार्यतः एक तथाकथित पंजाबी पहचान में शेष होना पड़ेगा। मेरी आज़ादी कहाँ है? चलो मैं ब्रेक ਲਈ रुक रहा। मैं सिर्फ ਜਿਹੜਾ एक सवाल ਤੁਹਾਡੀ ਸਾਰੀ ਗੱਲਬਾਤ ਚੋਂ ਆਉਂਦਾ ਨਾ ਕਿ डज कॉन्स्टिट्यूशन क्रिएट अ पीपल कि संविधान एक ਜਿਹੜੇ ਲੋਕ ਸਮੂਹ ਇੱਕ ਲੋਕਾਂ ਦੇ ਸਮੂਹਕ ਮਾਈਂਡਸੈਟ ਨੂੰ ਬਣਾਉਂਦਾ, ਮਤਲਬ ਐਜ਼ ਅ ਪੀਪਲ ਐਮ ਆਈ ਅ ਪ੍ਰੋਡਕਟ ਆਫ ਦਾ ਕੌਨਸਟੀਟਿਊਸ਼ਨ ਕਿ ਕੌਨਸਟੀਟਿਊਸ਼ਨ ਦਾ ਇਹ ਪਰਪਸ ਸੀ ਕਿ ਇਸ ਤਰੀਕੇ ਨਾਲ ਰਾਜਨੀਤੀ ਨੂੰ ਇਹ ਓਪਰੇਸ਼ਨਲਾਈਜ਼ ਕਰੇ ਕਿ ਅਸੀਂ ਸਾਰੇ ਇੱਕ ਲੋਕ ਬਣ ਜਾਈਏ, ਭਾਰਤੀ ਬਣ ਜਾਈਏ। ਐਂਡ is that even desirable? We'll talk more about this after this break. ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਦੇਸ਼ ਦੇ ਵਿੱਚ ਡੈਮੋਕ੍ਰੇਸੀ ਬਾਰੇ, ਸੰਵਿਧਾਨ ਬਾਰੇ। ਆਜ਼ਾਦੀ ਦਿਹਾੜੇ ਤੋਂ ਜਸਟ ਪਹਿਲਾਂ ਸਾਡੇ ਨਾਲ ਪ੍ਰੋਫੈਸਰ ਅਪੂਰਵਾਨੰਦ ਜੀ ਨੇ। ਅਪੂਰਵਾਨੰਦ ਜੀ, ਅਸੀਂ ਗੱਲ ਕਰ ਰਹੇ ਸੀ ਕਿ ਕੀ ਸੰਵਿਧਾਨ ਇੱਕ ਸਮੂਹਕ ਲੋਕ ਮਨ ਨੂੰ ਬਣਾਉਂਦਾ, ਅਸੀਂ ਕਿਹੋ ਜਿਹੇ ਲੋਕ ਬਣਾਂਗੇ, ਇਸ ਦਾ ਇੱਕ ਵੱਡੀ ਕੋਸ਼ਿਸ਼ ਸੰਵਿਧਾਨ ਦੇ ਥਰੂ ਰਿਆਸਤ ਕਰਦੀ ਹੈ। ਔਰ ਇੱਕ ਮਤ ਇਹ ਹੈ ਕਿ ਸੰਵਿਧਾਨ ਨਹੀਂ ਬਣਾਉਂਦਾ। ਤੁਸੀਂ ਕੁਝ ਸ਼ਬਦਾਂ 'ਚ ਇਹ ਗੱਲ ਪਹਿਲਾਂ ਕਹੀ ਵੀ ਹੈ ਕਿ ਦਰਅਸਲ ਕੌਨਸਟੀਟਿਊਸ਼ਨਲ ਮੋਰੈਲਿਟੀ ਕ੍ਰੀਏਟਸ ਆ ਪੀਪਲ। ਜੇ ਅਸੀਂ ਇਹ ਕਹਿੰਦੇ ਹਾਂ ਕਿ ਸੰਵਿਧਾਨ ਬੁਰਾ ਵੀ ਹੋਵੇ ਅਤੇ ਇਸ ਨੂੰ ਚਲਾਉਣ ਵਾਲੇ ਲੋਕ ਚੰਗੇ ਹੋਣ ਤਾਂ ਲੋਕ ਅੱਛੇ ਬਣਦੇ ਨੇ, ਦੇਸ਼ ਅੱਛਾ ਬਣਦਾ। ਦੈਟ ਮੀਨਸ ਕੌਨਸਟੀਟਿਊਸ਼ਨਲ ਮੋਰੈਲਿਟੀ ਬਣਾਉਂਦੀ ਹੈ। ਨਾ ਜਿਹੜੀ ਇਹ ਸੰਵਿਧਾਨਕ ਨੈਤਿਕਤਾ ਹੈ, ਕੌਨਸਟੀਟਿਊਸ਼ਨਲ ਮੋਰੈਲਿਟੀ ਹੈ, ਇਹ ਕੋਈ ਨੈਚੁਰਲ ਸੈਂਟੀਮੈਂਟ ਨਹੀਂ ਹੁੰਦੀ, ਇਹ ਕਲਟੀਵੇਟ ਕਰਨੀ ਪੈਂਦੀ ਹੈ ਨਾ। ਇਹਦੀ ਇਸ ਖੇਤੀ ਦੇ ਵਿੱਚ ਬਹੁਤ ਮਿਹਨਤ ਲੱਗਦੀ ਹੈ। ਇਹਦੇ ਲਈ ਜ਼ਮੀਨ ਤਿਆਰ ਕਰਨੀ ਪੈਂਦੀ ਹੈ, ਉਹ ਬੀਜ ਬੀਜਣੇ ਪੈਂਦੇ ਨੇ, ਉਸ ਫਸਲ ਦੀ ਰਾਖੀ ਕਰਨੀ ਪੈਂਦੀ ਹੈ, ਉਸ ਫਸਲ ਦੇ ਜਵਾਨ ਹੋਣ ਤੱਕ ਕੁਰਬਾਨੀਆਂ ਕਰਨੀਆਂ ਪੈਂਦੀਆਂ ਨੇ। ਜਿਹੜੇ ਲੋਕਾਂ ਨੇ ਅੱਜ ਸੰਵਿਧਾਨ ਬਚਾਉਣ ਦਾ ਠੇਕਾ ਲਿਆ ਹੋਇਆ, ਉਹਨਾਂ ਨੇ ਇਹ ਕੰਮ ਬਿਲਕੁਲ ਨਹੀਂ ਕੀਤਾ ਅਤੇ ਇਸ ਕਰਕੇ ਉਹਨਾਂ ਦਾ ਕੰਮ ਹੁਣ ਦਰਅਸਲ ਅਸਲ ਵਰਕ ਉਹਨਾਂ ਦਾ ਬਹੁਤ ਜ਼ਿਆਦਾ ਪੇਚੀਦਾ ਹੋ ਗਿਆ। ਇੰਨਾ ਵੱਡਾ ਪੇਚੀਦਾ ਕੰਮ ਆਪਣੇ ਮੋਢਿਆਂ ਦੇ ਉੱਤੇ, ਆਪਣੇ ਕੰਧੋਂ ਪਰ ਲੈਣੇ ਕੀ ਉਨਕੀ क्षमता के ऊपर, ਉਹਨਾਂ ਦੀ ਸਮਰੱਥਾ ਦੇ ਉੱਤੇ ਵੀ ਮੇਰਾ ਸ਼ੱਕ ਹੈ। ਅਤੇ ਮੈਨੂੰ ਲੱਗਦਾ ਹੈ ਇਸੇ ਕਰਕੇ ਉਹ ਆਪਣੇ ਕੰਮ ਨੂੰ ਬਹੁਤ ਮਹਿਦੂਦ ਕਰ ਰਹੇ ਨੇ ਕਿ ਮੈਂ ਸੰਵਿਧਾਨ ਦੀ, ਔਰ ਇੱਕ ਖਾਸ ਇਹ ਐਡੀਸ਼ਨ ਵੀ ਰਾਹੁਲ ਗਾਂਧੀ ਦੀ ਚੋਇਸ ਹੈ। ਮੈਂ ਇਸ ਤੋਂ ਪਹਿਲਾਂ ਸੰਵਿਧਾਨ ਦਾ ਇਹ ਵਾਲਾ ਸਰੂਪ ਨਹੀਂ ਸੀ ਦੇਖਿਆ। ਇਹ ਲਾਲ ਰੰਗ ਦੀ ਜਿਹੜੀ ਇਹ ਨਵੀਂ ਸ਼ੇਪ ਵਾਲਾ ਸੰਵਿਧਾਨ ਆਇਆ, ਇਹ ਕਿਤਾਬ ਵੀ ਉਹਨਾਂ ਨੇ ਪੂਰੇ ਦੇਸ਼ ਭਰ ਦੇ ਵਿੱਚ ਫੈਲਾ ਦਿੱਤੀ ਹੈ। ਇਹ ਕਾਂਗਰਸ ਪਾਰਟੀ ਨੇ ਇਹਨੂੰ ਆਪਣਾ ਇੱਕ ਆਈਕਨ ਜਾਂ ਇੱਕ ਐਮਬਲਮ ਬਣਾ ਲਿਆ ਕਿ ਅਸੀਂ ਇਹਦੇ ਲਈ ਲੜ ਰਹੇ ਹਾਂ। ਅਤੇ ਫਿਰ ਉਹ ਡਿਮਾਂਡ ਫਰਦਰ ਰਿਡਕਟਿਵ ਹੁੰਦੀ ਜਾ ਰਹੀ ਹੈ। ਫਿਰ ਉਹ EVM ਦੇ ਬਾਰੇ, ਫਿਰ ਉਹ ਵੋਟਾਂ ਦੀ ਗਿਣਤੀ ਮਿਣਤੀ ਬਾਰੇ, ਅਤੇ ਹੁਣ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਬਾਰੇ। ਅਤੇ ਸਾਨੂੰ ਡਾਟਾ ਕਿਉਂ ਨਹੀਂ ਦਿੰਦੇ, ਅਤੇ ਤੁਸੀਂ ਸਾਨੂੰ CCTV ਕਵਰੇਜ ਕਿਉਂ ਨਹੀਂ ਦਿੰਦੇ ਪੋਲਿੰਗ ਬੂਥ ਤੋਂ। ਉਹ ਇਹਦੇ ਤੱਕ ਰਿਡਿਊਸ ਹੁੰਦੀ ਚਲੀ ਜਾ ਰਹੀ ਹੈ ਅਤੇ ਇਹਦੇ ਵਿੱਚ ਪੁਆਇੰਟ ਸਕੋਰਿੰਗ ਹੋ ਰਹੀ ਹੈ। ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ ਇਹ ਲਾਰਜਰ ਰੀਇਮੈਜਿਨ ਕਰਨਾ, ਇਨਫੈਕਟ ਕਿ ਸੰਵਿਧਾਨ ਦੇ ਵਿੱਚ ਇਹ ਐਡਮਿਨਿਸਟ੍ਰੇਸ਼ਨ ਦਾ ਇਹ ਸਿਸਟਮ ਹੋਣਾ ਵੀ ਚਾਹੀਦਾ ਕਿ ਨਹੀਂ, ਜਿਹੜਾ ਸਾਰੀਆਂ ਸਟੇਟਸ ਦਾ ਗਲਾ ਘੁੱਟਦਾ, ਹਰ ਸਟੇਟ ਨੂੰ ਇੱਦਾਂ ਲੱਗਦਾ ਹੈ ਕਿ ਮੇਰੀਆਂ ਸ਼ਕਤੀਆਂ ਮੇਰੇ ਤੋਂ ਖੋਈਆਂ ਜਾ ਰਹੀਆਂ ਨੇ। ਇਹਦੀ ਬਜਾਏ ਵਾਈ ਡਜ਼ਨਟ ਰਾਹੁਲ ਗਾਂਧੀ ਸੇ ਕਿ ਵੈਨ ਵੀ ਕਮ ਬੈਕ, ਇਹ ਕੌਨਸਟੀਟਿਊਸ਼ਨ ਦੁਬਾਰਾ ਮਜ਼ਬੂਤ ਕੇਂਦਰ ਵਾਲੀ ਆਪਣੀ ਜਿਹੜੀ ਇਹਦੀ ਆਤਮਾ ਹੈ ਉਸ ਨੂੰ ਬਦਲਣ ਦੀ ਕੋਸ਼ਿਸ਼ ਅਸੀਂ ਕਰਾਂਗੇ। ਸਟੇਟਾਂ ਦੇ ਅਧਿਕਾਰ ਅਸੀਂ ਵਾਪਸ ਦਿਆਂਗੇ, ਜਿਹੜੇ ਪਿਛਲੇ 70 ਸਾਲਾਂ ਵਿੱਚ ਖੋਏ ਗਏ ਨੇ ਉਹ ਵਾਪਸ ਦਿਆਂਗੇ। ਔਰ ਕੁਝ ਬੇਸਿਕ ਮੁੱਦੇ, ਫॉर एग्जांपल what the hell is cow slaughter reference even doing in the directive principles? ਮਤਲਬ ਜਿਹੜੀ ਸੋਚ ਅੱਜ ਸ੍ਰੀ ਨਾਗਪੁਰ ਸਾਹਿਬ ਤੋਂ ਆ ਰਹੀ ਹੈ ਉਹ ਤਾਂ ਉਸੇ ਦਿਨ ਵੜ ਗਈ ਸੀ ਨਾ ਸੰਵਿਧਾਨ ਦੇ ਵਿੱਚ, ਅਤੇ ਪਹਿਲੇ ਦਿਨ ਤੋਂ ਇਹਦੇ ਵਿੱਚ ਪ੍ਰੋਬਲਮ ਹੈ। ਮੈਂ ਇਹੋ ਜਿਹੇ ਪ੍ਰੋਬਲਮੈਟਿਕ ਸੰਵਿਧਾਨ ਲਈ ਤੁਸੀਂ ਸੋਚਦੇ ਹੋ ਕਿ ਮੈਂ ਰਾਹੁਲ ਗਾਂਧੀ ਦੇ ਪਿੱਛੇ ਡੰਗ ਖਾਣ ਲਈ ਖੜਾ ਹੋ ਜਾਵਾਂਗਾ? ਭੀੜ ਸੜਕਾਂ 'ਤੇ ਕਿਉਂ ਆਏਗੀ? नहीं, आप कतई ना खड़े हों, लेकिन राहुल गांधी
जो कर रहे हैं उसके प्रति थोड़ी अगर ईमानदारी बरतनी हो जी तो राहुल गांधी के उस एक वाक्य के चलते पिछले 10 साल से राहुल गांधी पर हमला हो रहा है। इंडिया इज यूनियन ऑफ स्टेट्स, है ना, जिसमें राहुल गांधी को सारे लोग कहते हैं कि ये बेवकूफ़ी है, ये नहीं कहना चाहिए था, कांग्रेस के लीडर को कम से कम ये नहीं कहना चाहिए था। यानी ये कहना भी एक बहुत हिम्मत की बात है और विच इज स्टेटेड and which he restated, but which people don't want to hear कि इंडिया इज ए यूनियन ऑफ स्टेट, क्योंकि आप कहना चाह रहे हैं इंडिया इज ए नेशन। क्योंकि राहुल गांधी के पुरखों ने सिखाया भी तो हमें यही था। नहीं मतलब मैं खुद, मुझे ये नहीं होता कि मैं पुरखों को इल्जाम दूं, नहीं, परंतु हम यही पुरखों को सीखते भी नहीं। आए हैं ना। लेकिन अभी हम सिर्फ ये देखें कि राहुल गांधी क्या कह रहा है। मैं राहुल गांधी के पक्ष से बात नहीं कर रहा हूँ, मैं सिर्फ ये कह रहा हूँ कि अगर ईमानदारी से बात करें तो राहुल गांधी ने इसको स्ट्रेस किया। दूसरे जो संविधान कर रहा है, मतलब आपने कहा था कि क्या संविधान लोग बना रहा है, संविधान लोग नहीं, लेकिन संविधान एक कल्पना कर रहा है कि जो वाहिद शख्स है वो राइट बियरिंग इंडिविजुअल है। हाँ, हर नागरिक जेड़ा वो अधिकार संपन्न होएगा, अधिकार संपन्न है और वो अधिकार उसको पैदा होते ही मिलते हैं। यानी जो इंसान मैं हूँ वो इस राज्य की पैदाइश नहीं हूँ, ये राज्य मेरी पैदाइश है, या ये राष्ट्र मेरी पैदाइश है, मैं इसकी पैदाइश नहीं हूँ। जब तक इस ख्याल को ऊपर न रखा जाए, पिछले 11 साल में खासकर जो और राइट्स की या अधिकारों की ये कल्पना धीरे धीरे बढ़ी है। ये सोच मुझे मंजूर है। जो संविधान मुझे सिखाता है वो ये है कि डेमोक्रेसी के सपने का जो रास्ता है वो दिल्ली से होकर जाता है, क्योंकि इतना स्ट्रांग आप उसको मतलब मुक्ति मुझे वो बनारस के घाट पर ही जाके मिलेगी, तो मैं वहां नहीं जाता हूं। बिल्कुल आप ना जाएं। और मैंने कहा कि आप संविधान को जिस तरह से भी चाहें बदलें, लेकिन जो सबसे बुनियादी चीज है कि हिंदुस्तान में एक शहरी होगा जिस शहरी के अपने अधिकार होंगे और उन अधिकारों पर किसी का बस नहीं होगा, राज्य का बस नहीं होगा। इस बात को हम टिका कर रख सकते हैं कि नहीं, उसके बाद बात आगे बढ़ेगी, उसके बाद आप बहस कर सकेंगे, नहीं तो आप बहस भी नहीं कर सकेंगे। आपने ठीक ही कहा, काउ स्लॉटर इसमें क्या कर रहा है। हाँ, क्या कर रहा है, बिल्कुल। और राहुल गांधी ये बात कह ही नहीं सकते, आज कह देंगे, आज कल नेता नहीं रहेंगे। मैंने आपसे ये कहा कि राहुल गांधी तो कि यह कहने पर भी हमला हो रहा है ना कि इंडिया को यूनियन ऑफ स्टेट्स कैसे कह दिया, इंडिया को उन्हें नेशन कहना चाहिए था। तो हम उनकी जो लिमिटेशन है वो लिमिटेशन सिर्फ राहुल गांधी की नहीं है, वो हमारे भी लिमिटेशन है कि हम वो सुनना नहीं चाहते हैं। और राहुल गांधी अंततः ऑपरेट कर रहा है इसी डेमोक्रेटिक फील्ड में जिसमें उनको लोगों का सपोर्ट चाहिए, लोग चाहिए, यानी लोग उनको सुने तब वो आगे बढ़ें। तो सिर्फ राहुल गांधी पर हम हमला ना करें। आपने उसके पहले ठीक ही कहा, ये जमीन क्या है जिस जमीन पर हम खड़े हैं, जमीन और वो जमीन तो हम और आप हैं। बिल्कुल, हमारा आपका समाज है, हम उसमें ऑपरेट करते हैं। कैसे हम ऑपरेट कर रहे हैं? मैं हुने रिसेंटली ਜਿਹੜੀ ਇਹਦੀ अरघ्य सेन गुप्ता की किताब आई है द कॉलोनियल कॉन्स्टिट्यूशन, ये क्या नाम है इसका, विधि सेंटर फॉर लीगल पॉलिसी, है ना, ਇਹਨਾਂ ਦੇ ਫਾਊਂਡਰਸ ਦੇ ਵਿੱਚੋਂ ਐਟਲੀਸਟ ਵਨ ਆਫ ਦਾ ਫਾਊਂਡਰਸ ਨੇ, ਔਰ ਵੱਡਾ ਥਿੰਕ ਟੈਂਕ ਹੈ ਕਾਨੂੰਨੀ ਮਸਲਿਆਂ ਦੇ ਉੱਤੇ। ਉਹਨਾਂ ਦੀ ਕਿਤਾਬ ਹੈ ਦ ਕਲੋਨੀਅਲ ਕੌਨਸਟੀਟਿਊਸ਼ਨ, ਜਿਹਦੇ ਵਿੱਚੋਂ ਬੜਾ ਸਪਸ਼ਟ ਕਹਿੰਦੇ ਨੇ ਕਿ ਇਹ ਜਿਹੜਾ ਸੰਵਿਧਾਨ ਹੈ ਇਹ मतलब मैं थोड़ा ਜਿਹਾ शायद ਉਹਨੂੰ ਸਿੰਪਲੀਫਾਈ ਕਰ ਰਿਹਾ, ਆਈ ਥਿੰਕ ਹੀ ਹੈਜ਼ ਐਕਚੁਅਲੀ ਯੂਜ਼ਡ ਥੀਸ ਵਰਡਸ ਕਿ ਦਿਸ ਇਜ਼ ਅ ਕੰਟੀਨਿਊਏਸ਼ਨ ਆਫ ਬ੍ਰਿਟਿਸ਼ ਇੰਡੀਆ। ਇਹ ਵਰਚੁਅਲੀ ਉਹਦੀ ਲਗਾਤਾਰਤਾ ਦੇ ਵਿੱਚ ਹੀ ਹੈ। ਉਹਨਾਂ ਨੇ ਕਿਹਾ ਔਰ ਉਹਨਾਂ ਨੇ ਕੁਆਂਟੀਫਾਈ ਕੀਤਾ ਕਿ ਇਹਦਾ 2/3 ਤਾਂ ਡਾਇਰੈਕਟਲੀ ਬੋਰੋਡ ਹੈ, ਸਟਰਕਚਰ ਬੋਰੋਡ ਹੈ, ਪਾਰਲੀਮੈਂਟਰੀ ਜਿਹੜਾ ਸਿਸਟਮ ਹੈ ਵਿਦ ਸਟਰੋਂਗ ਸੈਂਟਰ ਵਿਦ ਵੀਕਰ ਸਟੇਟ ਐਂਡ ਸਟੇਟ ਗਵਰਨਮੈਂਟਸ ਗਵਰਨਰਸ, ਇਹ ਸਾਰਾ ਕੁਝ ਬੋਰੋਡ ਹੈ। ਸੋ ਇਹ ਉਹਨਾਂ ਮਾਇਨਿਆਂ ਦੇ ਔਰ ਲਾਰਜਲੀ ਕਿਉਂਕਿ ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ ਇਹ ਡਾਇਰੈਕਟ ਡਿਸੈਂਡੈਂਟ ਸੀਗਾ। ਤੋ ਜੇ ਇਹ ਕਲੋਨੀਅਲ ਹੈ ਤਾਂ ਇਹ ਮੇਨ ਪ੍ਰੋਬਲਮ ਜਿਹੜੀ ਮੇਰੇ ਲਈ ਖੜੀ ਕਰਦਾ ਇਹ ਹੈ ਕਿ ਸਟੇਟ ਟਾਵਰਸ ਓਵਰ ਦਾ ਸਿਟੀਜ਼ਨ। ਰਿਆਸਤ ਮੇਰੇ ਤੋਂ ਬਹੁਤ ਵੱਡੀ ਚੀਜ਼ ਹੈ, ਮੇਰੇ ਉੱਪਰ ਹੈ ਰਿਆਸਤ, ਮੈਨੂੰ ਰਿਆਸਤ ਵੱਲ ਇਸ ਤਰ੍ਹਾਂ ਦੇਖਣਾ ਪੈਂਦਾ ਹੈ। ਰਿਆਸਤ ਮੈਨੂੰ ਬਰਾਬਰਤਾ ਦਾ ਦਰਜਾ ਹੀ ਨਹੀਂ ਸਮਝਦੀ ਦਿੰਦੀ, ਰਿਆਸਤ ਮੈਨੂੰ ਇੰਡੀਵਿਜੂਅਲ ਤੌਰ 'ਤੇ ਸਮਝਦੀ ਨਹੀਂ ਹੈ। ਸੰਵਿਧਾਨ ਕਹਿੰਦਾ ਜ਼ਰੂਰ ਹੈ ਕਿ ਹਰ ਨਾਗਰਿਕ ਕੋਲ ਅਧਿਕਾਰ ਹੈ, ਨਾਗਰਿਕ ਨੇ ਆਪਣੇ ਅਧਿਕਾਰ ਚੈੱਕ ਕਰਨੇ ਹੋਣ ਤੇ ਉਹ ਵਿਚਾਰੇ ਦੇ ਘਰ ਦੇ ਕੋਲ ਇੱਕ ਥਾਣਾ ਹੈ, ਉਹ ਅੰਦਰ ਜਾ ਕੇ ਚੈੱਕ ਕਰਦਾ, ਉਹਨੂੰ ਪਤਾ ਲੱਗ ਜਾਂਦਾ ਮੇਰੇ ਕੋਲ ਕਿੰਨੇ ਕੁ ਅਧਿਕਾਰ ਨੇ। ਤੁਸੀਂ ਭਾਰਤ ਦੇ ਨਾਗਰਿਕਾਂ ਨੂੰ ਜਿਹਦੇ ਵਿੱਚ ਇੰਨੀ ਵੱਡੀ ਜਿਹੜੀ ਸੰਖਿਆ ਉਹ ਮਾਰਜਨਲਾਈਜ਼ਡ ਦੀ ਹੈ, ਉਹ ਜਿਹੜੇ ਸ਼ੈਡਿਊਲਡ ਕਾਸਟਸ ਦੀ ਹੈ, ਟਰਾਈਬਲਸ ਦੀ ਹੈ, ਸਾਡੀਆਂ ਤੇ ਸਾਰੀਆਂ ਵਿਮਨ ਦਾ ਜਿਹੜਾ ਦਰਜਾ ਸਮਾਜ ਦੇ ਵਿੱਚ ਉਹ ਦਿਖਾਈ ਦਿੰਦਾ। ਤੁਸੀਂ ਆਨਰ ਕਿਲਿੰਗਸ ਦੀ ਗੱਲ ਕਰ ਰਹੇ ਸੀ, ਇਹਨਾਂ ਨੂੰ ਤੁਸੀਂ ਇਸ ਸੰਵਿਧਾਨ ਲਈ ਖੜੇ ਨਹੀਂ ਕਰ ਸਕਦੇ ਕਿਉਂਕਿ
ਜਿਹੜੀ ਚੀਜ਼ ਉਹਨਾਂ ਨੇ ਚੱਕ ਕੇ ਨਹੀਂ ਦੇਖੀ, ਦੇ ਹੈਵ ਨੈਵਰ ਟੇਸਟਡ ਇਟ। ਸੰਵਿਧਾਨ ਕਿਸ ਬਲਾਂ ਦਾ ਨਾਮ ਆ ਉਹਨਾਂ ਨੂੰ ਪਤਾ ਨਹੀਂ ਹੈ। ਤੁਸੀਂ ਕਹਿੰਦੇ ਉਹਦੇ ਲਈ ਲੜਨ ਲਈ ਬਾਹਰ ਆ ਜਾਓ, ਇਹ ਸੰਵਿਧਾਨ ਲਈ ਨਹੀਂ ਆਣਗੇ। ਉਹ ਇੱਕ ਸੁਪਨੇ ਲਈ ਬਾਹਰ ਆਣਗੇ, ਜਿਸ ਦਿਨ ਕੋਈ ਆਦਮੀ ਉਸ ਸੁਪਨੇ ਨੂੰ ਆ ਕੇ ਸ਼ਬਦ ਦੇਗਾ। ਆਓ ਸਾਥੀਓ, ਇੱਕ ਮੁਲਕ ਬਣਾਈਏ, ਉਹ ਤੁਹਾਡੇ ਸੁਪਨਿਆਂ ਦਾ ਮੁਲਕ ਹੋਵੇਗਾ। ਜੇ ਉਹਨੂੰ ਕੋਈ ਇਹ ਤੁਹਾਡਾ ਸੁਪਨਾ ਹੈ, ਆਓ ਇਹਦਾ ਮੁਲਕ ਬਣਾਈਏ, ਤੇ ਇਹਦੇ ਥੱਲੇ ਤੇ ਰਹਿ ਕੇ ਦੇਖ ਲਿਆ ਸਰ। नहीं, मैं आपकी बात से बुनियादी तौर पर असहमत नहीं हूँ, लेकिन मेरा सिर्फ कहना यह है कि हम अपने कॉन्टेक्स्ट से बाहर काम नहीं करते हैं। और आपका कॉन्टेक्स्ट अभी यह है कि भारत तकरीबन एक हिंदू राष्ट्र में तब्दील हो गया है, या वो कर रहे हैं। तब्दील हो गया है। ओके, फॉर ऑल प्रैक्टिकल पर्पसेस वी आर हिंदू हाँ, राष्ट्र। ਇਹਦਾ भी कोई मापदंड वैसे लगा लेना चाहिए कि कब हम कहेंगे कि अच्छा हो गया है। मतलब लाल किले पे भगवा झंडा लगेगा, क्या जो होगा? लोग ये कहते हैं कि संविधान वो रीराइट कर देंगे, एक दिन ये होगा, मेरा कहना है उसकी ज़रूरत नहीं है। हाँ, इस संविधान के रहते हुए हिंदू राष्ट्र स्थापित किया जा सकता है, वो हो चुका है। अगर बिहार सरकार के पैसे से सीता का मंदिर बना सकती है, अगर बिहार सरकार ये कह सकती है कि हिंदू त्योहारों में हम बस और ट्रेन में सब्सिडी देंगे, तो फिर आप किस और हिंदू राष्ट्र की कल्पना कर रहे हैं? तो वो सब इसी संविधान के नीचे ही संभव हुआ ना। बिल्कुल, इसलिए मैंने कहा कि आपको संविधान को फिर से लिखने की ज़रूरत नहीं है। हमें जिस बात पर चर्चा करने की आवश्यकता है वो दो है सिर्फ, कि क्या आप अपने आप को राइट बेयरिंग इंडिविजुअल के रूप में अपना तसव्वुर करते हैं कि नहीं, और दूसरे कि हम एक कलेक्टिव लिविंग की जब हम बात कर रहे हैं, सामूहिक ज़िंदगी की बात कर रहे हैं, तो हम सबको बराबरी का दर्जा देने को तैयार है कि नहीं। वहाँ से सफ़र आगे जाएगा। उसके बाद आप इस संविधान में जितनी तब्दीली ला दें, आप एक नया संविधान लिख दें, जो भी हो, लेकिन उसकी बुनियाद तो ये होगी। अब ਹੁਣ ਜਿਹੜੇ ਸਾਡੇ ਵੱਡੇ ਮਸਲੇ ਨੇ, ਮਤਲਬ ਇੱਕ ਮਸਲਾ ਬੜਾ ਇੰਪੋਰਟੈਂਟ ਹੁੰਦਾ ਮੇਰੇ ਖਿਆਲ ਦੇ ਵਿੱਚ, ਵੱਡਾ ਹੁੰਦਾ। ਵਨ ਆਫ ਦੈਮ ਇਜ਼ ਕਿ ਮੈਂ ਜ਼ਿੰਦਾ ਰਵਾਂਗਾ ਕਿ ਨਹੀਂ ਰਵਾਂਗਾ। ਹੁਣ ਇਹ ਤਾਂ ਬੜੀ ਵੱਡਾ ਮਸਲਾ ਹੈਗਾ। ਹੁਣ ਕੋਵਿਡ ਦੇ ਵਿੱਚ ਕਿੰਨੇ ਲੋਕ ਮਰੇ ਸੀ, ਕਿੰਨੇ ਲੋਕ ਨਹੀਂ ਮਰੇ ਸੀ। ਸਰਕਾਰ ਨੇ ਕਿਹਾ ਇੰਨੇ ਲੋਕ ਮਰੇ ਨੇ, ਫਿਰ ਸਰਕਾਰ ਦਾ ਆਪਣਾ ਹੀ ਡਾਟਾ ਆ ਜਾਂਦਾ NFHS 5 ਦੇ ਵਿੱਚ, ਨੈਸ਼ਨਲ ਫੈਮਿਲੀ ਹੈਲਥ ਸਰਵੇ, ਜਿਹਨੂੰ ਜੇ ਧਿਆਨ ਦੇ ਨਾਲ ਐਨਾਲਾਈਜ਼ ਕੀਤਾ ਆਕਸਫੋਰਡ ਯੂਨੀਵਰਸਿਟੀ ਦੇ ਰਿਸਰਚ ਸਕਾਲਰਸ ਨੇ, ਤਾਂ ਉਹਨਾਂ ਨੇ ਕਿਹਾ ਕਿ ਇਹ 10 ਟਾਈਮਸ ਜ਼ਿਆਦਾ ਲੋਕ ਉਹਦੇ 'ਚ ਮਰੇ ਨੇ। WHO ਕਹਿੰਦੀ ਹੈ ਕਿ 47 ਲੱਖ ਭਾਰਤੀ ਮਰੇ ਨੇ। ਹੁਣ ਜਿਹੜਾ ਨਵਾਂ ਸਿਵਲ ਰਜਿਸਟ੍ਰੇਸ਼ਨ ਸਿਸਟਮ, ਜਿਹਦੇ 'ਚ ਅਸੀਂ ਜਨਮ ਤੇ ਮੌਤ ਦਾ ਰਜਿਸਟਰ ਕਰਦੇ ਹਾਂ, ਉਹਦਾ ਜਿਹੜਾ ਨਵਾਂ ਡਾਟਾ ਉਹ ਦਿਖਾ ਰਿਹਾ ਕਿ ਸਰਕਾਰੀ ਦਾਅਵੇ ਤੋਂ 6 ਟਾਈਮਸ ਜ਼ਿਆਦਾ ਮਰੇ ਨੇ। ਸਰਕਾਰੀ ਦਾਅਵਾ 3.32 ਲੱਖ ਦਾ, ਜਿਹਦਾ ਮਤਲਬ ਹੈ ਕਿ 21 ਲੱਖ ਲੋਕ ਮਰੇ ਨੇ। ਪਰ ਮੈਂ ਪਾਰਲੀਮੈਂਟ ਦੇ ਵਿੱਚ ਪੈਂਡੈਮਿਕ ਬਾਰੇ ਕੋਈ ਡਿਸਕਸ਼ਨ ਹੋ ਜਾਵੇ, ਇਹਦੀ ਕੋਈ ਜਗ੍ਹਾ ਹੁਣ ਨਹੀਂ ਹੈ। ਮਨੀਪੁਰ ਬਾਰੇ ਡਿਸਕਸ਼ਨ ਦੀ ਜਗ੍ਹਾ ਨਹੀਂ ਹੈ। ਆਪੋਜੀਸ਼ਨ ਦੇਸ਼ ਦੇ ਸਾਰੇ ਕਿਰਤੀਆਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਨਵੇਂ ਲੇਬਰ ਕੋਡਸ ਲਿਆ ਕੇ। ਆਪੋਜੀਸ਼ਨ ਇੱਕ ਡਿਬੇਟ ਫੋਰਸ ਨਹੀਂ ਕਰ ਪਾਉਂਦੀ ਹੈ। ਇਹ ਸੰਵਿਧਾਨ ਇੰਨੀ ਸਪੇਸ ਮੈਨੂੰ ਨਹੀਂ ਦਿੰਦਾ, ਇੰਨਾ ਚੈੱਕਸ ਐਂਡ ਬੈਲੈਂਸਿਸ ਨਹੀਂ ਦਿੰਦਾ। ਤੇ ਸਾਡਾ ਤੇ ਉਪ ਰਾਸ਼ਟਰਪਤੀ ਵਿਚਾਰਾ ਇੱਕ ਕਰਪਟ ਜੱਜ, ਜਿਹਦੇ ਘਰੋਂ ਅੱਧੇ ਸੜੇ ਨੋਟ ਮਿਲ ਜਾਣ, ਉਹਨੇ ਸਾਡਾ ਉਪ ਰਾਸ਼ਟਰਪਤੀ ਕਢਵਾ ਦਿੱਤਾ। ਅਜੇ ਕਿ ਅਖਬਾਰਾਂ 'ਚ ਖਬਰਾਂ ਛਪੀਆਂ ਸੀ, ਉਪ ਰਾਸ਼ਟਰਪਤੀ ਚਾਹ ਰਹੇ ਨੇ ਕਿ ਇਹਨੂੰ ਕੱਢ ਦਿਓ। तो वो तो जज नहीं निकलवा दिया उपराष्ट्रपति, और इस पर कोई डिबेट नहीं है। ਜਿਹੜੀ ਪਾਰਲੀਮੈਂਟ ਇਹ ਡਿਬੇਟ ਨਹੀਂ ਕਰ ਸਕਦੀ। ਪਾਕਿਸਤਾਨ ਦੀ ਪਾਰਲੀਮੈਂਟ ਵਿੱਚ ਹੁਣੇ ਇਹਤਜਾਜ ਹੋਣਾ ਸੀ ਬਹੁਤ ਵੱਡਾ, ਤੇ ਸਰਕਾਰ ਨੇ ਪਾਰਲੀਮੈਂਟ ਦੇ ਬਾਹਰ ਜਾ ਕੇ ਤਾਲਾ ਹੀ ਲਗਾ ਦਿੱਤਾ ਤਾਂ ਕਿ ਆਪੋਜੀਸ਼ਨ ਵਾਲੇ ਅੰਦਰ ਨਾ ਵੜ ਸਕਣ। ਮੈਨੂੰ ਲੱਗਾ ਉਹਨਾਂ ਨੇ ठीक किया कि भी बाहर से ताला, हमारे यहाँ अंदर से ताला, वो अंदर बात ही नहीं होती है, एडजॉर्नमेंट है। तो जिस संविधान के नीचे ये सब पॉसिबल है ना सर, उसके लिए लोग खड़े हो जाएंगे। ये संविधान के चलते नहीं हो रहा है, और लोग संविधान के लिए खड़े नहीं होते हैं कभी भी, लोग अपने लिए खड़े होते हैं। हाँ, अगर लोग खुद भूल गए हैं कि उनके अधिकार क्या थे, why is the street not rising? और why is the street not rising, इसकी एक सबसे बड़ी वजह यह है जो ਇਹਦੇ ਮਾਲਕ ਕਿੱਥੇ ਨੇ? ਜੇ ਮਰ ਰਿਹਾ ਤੇ ਮਾਲਕ ਕਿੱਥੇ ਨੇ? It's not about this, हाँ, it's about your own imagination of yourself, कि आप हैं क्या। अगर हमने मान लिया है कि यह एक, और हिंदुस्तान की मेजॉरिटी ने मान लिया है जो कि हिंदू है, उसने ये मान लिया है कि ये उसका मुल्क है और अब उसका वक्त आ गया है और अब ये हिंदू राष्ट्र बन रहा है, इसलिए बाकी सारी चीज़ों को सस्पेंड किया जा सकता है, तो वो ये सवाल नहीं करेगा। एक सेक्शन है, एक सेक्शन है, बहुत बड़ा सेक्शन है, सिग्निफिकेंट सेक्शन, एक बहुत बड़ा सेक्शन अगेंस्ट भी था खड़ा सर, नहीं है, लेकिन इट इज अ माइनॉरिटी गवर्नमेंट, 240 एमपीज ओनली। दो चीज़ें ध्यान रखें हम, उनकी हम बात नहीं कर रहे हैं। वो है कि ये राज्य आखिर चल किस पर रहा है। ये राज्य चल रहा है ब्यूरोक्रेसी के माध्यम से, और दूसरे जिनको हम संवैधानिक संस्थाएं कहते हैं उनके माध्यम से, और ये इलीट हैं। और तीसरा मैं मानता हूँ कॉरपोरेट दुनिया। बिल्कुल, इन तीनों में एक तरह की सहमति है कि भारत अगर हिंदू राष्ट्र के रूप में कंटिन्यू करता है, मैं ये मानता हूँ कि अगर भारत अभी इस हालत में इन 240 सीटों के साथ, तो उसमें भारत की ब्यूरोक्रेसी
और भारत के अदालत और भारत का कॉरपोरेट जगत, इन तीनों की सहमति है। इसलिए अगर पॉपुलर विल उसके खिलाफ होगी भी तो वो पॉपुलर विल को एक्सप्रेस नहीं होने देंगे। जिसकी बात अभी राहुल गांधी कर रहे हैं कि आखिरकार इलेक्शन कमीशन इस पॉपुलर विल को ही एक्सप्रेस नहीं होने दे रहा है, तो ये पूरी जद्दोजहद इसकी है और इस पर हमें बात करनी चाहिए। फिर हम संविधान की बात कर सकते हैं। मसला संविधान का नहीं है, मसला खुद को रिडिस्कवर करने का। ਡੈਮੋਕ੍ਰੇਸੀ ਜਿਹੜੀ ਆ ਨਾਰਮਲੀ ਮੈਂ ਪਹਿਲਾਂ ਕਿਹਾ ਕਿ ਉਹ ਜਿਹੜਾ ਵੀ ਓਪਰੇਸ਼ਨਲਾਈਜ਼ਿੰਗ ਸਿਸਟਮ ਹੁੰਦਾ ਉਹਦਾ ਸਾਡੇ ਇੱਥੇ ਪਾਰਲੀਮੈਂਟ ਹੈ ਜਾਂ ਅਸੈਂਬਲੀਜ਼ ਹੈ ਉੱਥੇ ਰਹਿੰਦੀ ਹੁੰਦੀ ਆ, ਉਹਦੇ ਥਰੂ ਆਪਰੇਟ ਹੁੰਦੀ ਹੈ, ਜਾਂ ਫਿਰ ਗਲੀ ਦੇ ਵਿੱਚ ਆਪਰੇਟ ਹੁੰਦੀ ਹੈ। ਸਟਰੀਟ ਪਾਵਰ ਉਸ ਨੂੰ ਆਪਰੇਟ ਕਰਦੀ ਹੈ। ਜਦੋਂ ਪਾਰਲੀਮੈਂਟ 3 ਕਾਲੇ ਖੇਤੀ ਬਿੱਲ ਪਾਸ ਕਰ ਦਿੰਦੀ ਹੈ ਤਾਂ ਸਟਰੀਟ ਪਾਵਰ ਜਾ ਕੇ ਉਹ 3 ਕਾਲੇ ਖੇਤੀ ਬਿੱਲ ਵਾਪਸ ਕਰਾ ਦਿੰਦੀ ਹੈ। ਇੱਧਰੋਂ ਲੈਂਡ ਪੂਲਿੰਗ ਪਾਲਿਸੀ ਪਾਸ ਹੋ ਜਾਂਦੀ ਹੈ ਤੇ ਲੈਂਡ ਪੂਲਿੰਗ ਪਾਲਿਸੀ ਫਿਰ ਜਿਹੜੀ ਸਟਰੀਟ ਪਾਵਰ ਹੈ ਉਹ ਡੈਮੋਕ੍ਰੇਸੀ ਨੂੰ ਰਿਸਟੋਰ ਕਰਦੀ ਹੈ। ਸੋ ਇਵੈਂਚੁਅਲੀ ਆਈ ਥਿੰਕ ਸਰਕਾਰ ਨੇ ਆਪਣਾ ਕੰਮ ਕੀਤਾ ਹੋਇਆ। ਸ੍ਰੀ ਨਾਗਪੁਰ ਸਾਹਿਬ ਵਿਖੇ ਝੰਡੇ ਬੁਲੰਦ ਹਨ ਤੇ ਰਾਹੁਲ ਗਾਂਧੀ ਤਾਂ ਭਾਵੇਂ ਇਸ ਕਿਤਾਬ ਤੱਕ ਆਪਣੀ ਗੱਲਬਾਤ ਨੂੰ ਰੱਖੇ, ਪਰ ਇਵੈਂਚੁਅਲੀ ਸਟਰੀਟ ਪਾਵਰ, ਗਲੀ ਵਿੱਚ ਕੌਣ ਨਿਕਲਦਾ, ਸੜਕ ਤੇ ਕੌਣ ਪਹੁੰਚਦਾ ਤੇ ਚੌਂਕ ਵਿੱਚ ਤੁਸੀਂ ਡੈਮੋਕ੍ਰੇਸੀ ਨੂੰ ਕਿਵੇਂ ਓਪਰੇਸ਼ਨਲਾਈਜ਼ ਕਰ ਦਿਓ, ਇਹਦੇ 'ਤੇ ਡਿਪੈਂਡ ਕਰੇਗਾ ਕਿ ਇਹ ਜਿਹੜਾ ਲਾਲ ਕਿਲ੍ਹੇ 'ਤੇ ਇਸ ਵਾਰੀ ਝੰਡਾ ਝੁਲਾਵਾਂਗੇ ਤੇ ਜਿਹੜੇ 100 ਸਾਲ ਆਪਣੇ ਕਮਿਊਨਿਸਟ ਪਾਰਟੀ ਆਫ ਇੰਡੀਆ ਤੇ RSS ਆਪਣੇ ਆਪਣੇ ਮਨਾਉਣਗੇ, ਉਹ ਸਾਰੇ ਮੰਥਨ ਦੇ ਵਿੱਚੋਂ ਸਾਡੇ ਦੇਸ਼ ਦਾ ਨਵਾਂ ਅਗਲੇ 75 ਸਾਲਾਂ ਦਾ 100 ਸਾਲਾਂ ਦਾ ਜਿਹੜਾ ਸਵਰੂਪ ਹੈ ਉਹ ਕੈਸਾ ਨਿਕਲ ਕੇ ਆਵੇਗਾ। ਐਟ ਵਨ ਲੈਵਲ ਇਟਸ ਨਾਟ ਅਬਾਊਟ ਕੌਨਸਟੀਟਿਊਸ਼ਨ, ਇਟਸ ਅਬਾਊਟ ਯੂ, ਇਟਸ ਅਬਾਊਟ ਅਸ। ਇਹ ਸਭ ਸਾਡੇ ਹੀ ਬਾਰੇ ਹੈ। ਅੱਜ ਲਈ ਇੰਨਾ ਹੀ। ਧੰਨਵਾਦ ਤੇ ਰੱਬ ਰੱਖਾ।